सतनाम श्री वाहिगुरु। एक ओंकार सतनाम। करता पुरख निरभय निर्वैर अकाल मूरत अजूनी सैभं गुर प्रसाद जप। आद सच जुगाद सच है भी सच नानक होसी भी सच। मुख से शास्त्र खट पिंग गिरन चढ़ जाए। अंध लखे बदरो सुने जा काल कृपा कराए। फिर कर वैसो हर जन प्यारे सतगुर तुमरे काज सवारे रहो। दुष्ट दूत परमेश्वर मारे जन के पैज रखे करतारे। बादशाह शास लश्कर दीने अमृत नाम महारस पीने। निर्भय पजो भगवान साध संगत मिल के नाम। शरण परे प्रभंतर जमी नानक ओट पकड़ी प्रभु स्वामी। शरण परे प्रभंतर जमी नानक ओट पकड़ी प्रभु स्वामी। दाना दीना दाना दीना दाना दीना दे
ਤੁਲਹਾਂ ਜਾਂ ਜਾਂ ਪੇਖਾਂ ਤਾਂ ਤੂੰ ਹੈ ਕੋਈ ਤੈਨੂੰ ਸੇ ਫੂਟ ਨਰਾਂ ਪ੍ਰੇਮ ਪਟੋਲਾ ਤਾਂ ਸਦਤ ਟੱਕਣ ਕੋ ਪਤ ਮੇਰੀ ਦਾਨ ਬਿਨਾ ਸਾਈਂ ਦਾ ਨਾਨਕ ਸਾਰ ਨ ਜਾਣਾ ਤੇਰੀ ਮੈਂ ਉਂਗਲ ਕੀ ਟੇਕ ਤੇਰਾ ਨਾਮ ਖੰਡਕਾਰਾ ਮੈਂ ਗਰੀਬ ਮੈਂ ਮੁਸ਼ਕਿਲ तेरा नाम है अदारा रहीम अल्लाह तुम गनी हाजरा हजूर दर पेश तुम मनी तुम दाना तुम बिना मैं विचार क्या करे नामे कैसों में बख्शंद तुम हरी तुम दरिया दाना बिना मैं मछली कैसे अंतर जहाँ जहाँ देखा ता तू तो ते निकसी फूट नरा न जाना मेरा न जाना जाली जहाँ दुख लगे ता तुझे संभाली तू भरपूर जाने मैं दूर जो कुछ करी सो तेरे हदूर तुम देखे हम कर पाऊं तेरे काम न तेरा नाए जेता देते तहाँ खाऊं बेदर नहीं कदर जाऊं आपे नेड़े दूर आपे ही आपे नेड़े दूर आपे ही आपे मंझ में आपे देखे सुने आपे ही कुदरत करे जहन जो तुस पावे नानका हुक्म सोई परवान पावे करतार साई गल चंगी होए पावे करतार साई गल चंगी होए जो तुद पावे साई पलीकार तू सदा सलामत निरंकार। सत्संग आज ने भी माई पाई बच्चे बजुर्ग सतगुरां दे सचखंड दरबार विच पहुंच के
ਹਜ਼ੂਰ ਦੀ ਨਿੱਕੀ ਤੇ ਮਿੱਠੀ ਗੋਦ ਦਾ ਆਨੰਦ ਮਾਣਦੇ ਹੋਏ ਆਪਣੇ ਸਮੇਂ ਸਾਸਾਂ ਨੂੰ ਸਫਲ ਕਰ ਰਹੇ ਹਾਂ। ਸਾਰੇ ਵਡਭਾਗੇ ਹਾਂ ਜਿਨ੍ਹਾਂ ਨੂੰ ਸਤਿਗੁਰਾਂ ਦੇ ਸੱਚਖੰਡ ਦਰਬਾਰ ਵਿੱਚ ਪਹੁੰਚ ਕਰਕੇ ਇਸ ਭਾਗਾ ਸਮਾਂ ਪ੍ਰਾਪਤ ਹੋਇਆ ਹੈ। ਸਤਸੰਗ ਦੀਆਂ ਕੜੀਆਂ ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਪੇਟ ਜ਼ਰਮਤ ਹੋਈ, ਤਿਨ ਕੀ ਧੂਰ ਨਾਨਕ ਦਾਸ ਮਾਸ਼ੇ ਜਨ ਹਰ ਨਾਮ ਹਿਰਦੇ ਪਰੋਈ। ਵੱਡੇ ਭਾਗਾਂ ਵਾਲਿਆਂ ਨੂੰ ਹੀ ਕਲਯੁਗ ਦੇ ਸਮੇਂ ਦੇ ਵਿੱਚ ਇਹ ਸੁਭਾਗ ਪ੍ਰਾਪਤ ਹੁੰਦਾ ਹੈ। ਕਲਯੁਗ ਦਾ ਸਮਾਂ ਕਲ ਕਲੇਸ਼ ਦਾ ਯੁੱਗ ਹੈ। ਥਾਂ ਥਾਂ ਲੜਾਈ ਹਨ, ਝਗੜੇ ਹਨ, ਪਰ ਸ਼ਾਂਤੀ ਦੀ ਕਣੀ ਜਿਹੜੀ ਹੈ ਉਹ ਪਾਤਸ਼ਾਹ ਦੇ ਚਰਨਾਂ ਵਿੱਚੋਂ ਹੀ ਪ੍ਰਾਪਤ ਹੁੰਦੀ ਹੈ। ਹੋਰ ਦੁਨੀਆ ਦੇ ਕਿਸੇ ਤਖਤੇ ਤੇ ਸੁੱਖ ਨਹੀਂ। ਸੁਖ ਨਾਹੀਂ ਬਹੁਤੇ ਧਨ ਖਾਟੇ, ਸੁਖ ਨਾਹੀਂ ਪੇਖੇ ਨਿਤ ਨਾਟੇ, ਸੁਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਬਹੁਤ ਵੱਡਾ ਧਨੀ ਹੋ ਜਾਣਾ ਦੁਨੀਆ ਵਿੱਚ, ਇਹਦੇ ਵਿੱਚ ਵੀ ਸੁਖ ਨਹੀਂ। ਜੇ ਧਨ ਵਿੱਚ ਸੁਖ ਹੁੰਦਾ ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਇਹ ਨਾ ਕਹਿਣਾ ਪੈਂਦਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਇਹ ਨਾ ਪਾਤਸ਼ਾਹ ਕਹਿੰਦੇ, ਕਿਉਂ? ਵੱਡੇ ਵੱਡੇ ਜੋਤੀ ਸੇ ਲੋਗ ਤਿਨਕੋ ਵਿਆਪੇ ਚਿੰਤਾ ਕਰੋ। ਜਿਤਨੇ ਬੜੇ ਬੜੇ ਲੋਕ ਦਿਸਦੇ ਹਨ ਉਹਨਾਂ ਨੂੰ ਚਿੰਤਾ ਦਾ ਰੋਗ ਲੱਗਿਆ ਹੋਇਆ, ਦਿਨ ਰਾਤ ਚਿੰਤਾ ਕਰਕੇ ਦੁਖੀ ਹਨ। ਪਾਤਸ਼ਾਹ ਤੇ ਇੱਥੋਂ ਤੱਕ ਦੱਸਦੇ ਹਨ, ਚਿੰਤਤ ਹੀ ਦੀਸੇ ਸਭ ਕੋਏ, ਚੇਤੇ ਏਕ ਤਹੀਂ ਸੁਖ ਹੋਏ। ਸਾਰੀ ਦੁਨੀਆ ਚਿੰਤਾ ਕਰਕੇ ਦੁਖੀ ਦਿਸਦੀ ਹੈ। ਜੇ ਇੱਕ ਨੂੰ ਚਿੰਤਨ ਕਰ ਲੱਗ ਜਾਣ, ਇੱਕ ਦਾ ਆਸਰਾ ਲੈ ਲੈਣ ਤਾਂ ਦੁਨੀਆ ਚਿੰਤਾ ਤੋਂ ਰਹਿਤ ਹੋ ਸਕਦੀ ਹੈ, ਕਿਉਂਕਿ ਚਿੰਤਾ ਤੋਂ ਰਹਿਤ ਪ੍ਰਮਾਤਮਾ ਹੈ। ਬਾਕੀ ਜਿਤਨੀ ਦੁਨੀਆ ਚਿੰਤਾ ਵਿੱਚ ਹੈ, ਡਰ ਵਿੱਚ ਹੈ, ਭੈ ਵਿੱਚ ਹੈ, ਸਗਲ ਸਮਗਰੀ ਡਰੇ ਵਿਆਪੀ, ਬਿਨ ਡਰ ਕਰਨੇ ਹਾਰਾ। ਸਾਰੀ ਦੁਨੀਆ ਡਰ ਵਿੱਚ ਹੈ, ਭੈ ਵਿੱਚ ਹੈ। ਇੱਕੋ ਇੱਕ ਪ੍ਰਮਾਤਮਾ ਹੀ ਡਰ ਤੋਂ ਰਹਿਤ ਹੈ। ਨਿਰਭਉ ਜਪੇ ਸਗਲ ਭਉ ਮਿਟੇ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ। ਨਿਰਭਉ ਨੂੰ ਜਪਣ ਕਰਕੇ ਇਹ ਜੀਵ ਵੀ ਨਿਰਭੈ ਹੋ ਜਾਂਦਾ ਹੈ, ਚਿੰਤਾ ਤੋਂ ਰਹਿਤ ਹੋ ਜਾਂਦਾ, ਕਿਉਂਕਿ ਚਿੰਤਾ ਭੈ ਵਿੱਚ ਹੀ ਹੈ। ਜੇ ਭੈ ਨਾ ਹੋਵੇ ਚਿੰਤਾ ਹੀ ਨਾ ਹੋਵੇ। ਹਰ ਇੱਕ ਆਦਮੀ, ਪਸ਼ੂ ਪੰਛੀ ਵੀ ਇੱਕ ਦੂਜੇ ਦੇ ਭੈ ਦੇ ਵਿੱਚ ਵਸਦੇ ਹਨ। ਤਾਂ ਹੀ ਕਥਨ ਕੀਤਾ ਨਾ, ਨਿੰਦਰਾ ਭੋਜਨ ਭੋਗ ਭੈ, ਇਹ ਪਸ ਪਰਖ ਸਮਾਨ। ਨਰਨ ਗਿਆਨ ਨਿਜਦ ਕਿਤਾ ਗਿਆਨ, ਬਿਨਾ ਪਸ ਜਾਨ। ਨਿੰਦਰਾ ਸੌਣਾ, ਭੋਜਨ ਭੋਗ ਭੈ ਡਰ, ਇਹ ਪਸ਼ੂਆਂ ਵਿੱਚ ਤੇ ਮਨੁੱਖਾਂ ਵਿੱਚ ਸਮਾਨ ਹਨ। ਮਨੁੱਖਾਂ ਦੇ ਵਿੱਚ ਗਿਆਨ ਹੋਣਾ, ਗਿਆਨ ਨਰਨ ਅਦਕਤਾ, ਵਿਸ਼ੇਸ਼ਤਾ ਮਨੁੱਖਾਂ ਵਿੱਚ ਗਿਆਨ ਦੀ ਪ੍ਰਾਪਤੀ ਹੋ ਜਾਣੀ। ਜੇ ਅਸੀਂ ਵੀ ਡਰ ਵਿੱਚ ਹਾਂ, ਭੈ ਵਿੱਚ ਹਾਂ, ਤਾਂ ਫਿਰ ਸਾਡੇ ਵਿੱਚ ਤੇ ਮਨੁੱਖਾਂ ਵਿੱਚ ਕੋਈ ਭੇਦ ਫਰਕ ਨਹੀਂ। ਬਸ ਫਿਰ ਤਾਂ ਅਸੀਂ ਕਰਤੂਤ ਪਸ਼ੂ ਕੀ ਮਾਨਸ ਜਾਤ। ਸਾਰਾ ਵਿਹਾਰ ਪਸ਼ੂਆਂ ਵਾਲਾ ਹੈ, ਬਾਕੀ ਸਾਰਾ ਇੱਕੋ ਇੱਕ ਦੇਖਣ ਨੂੰ ਅਸੀਂ ਮਨੁੱਖ ਪ੍ਰਤੀਤ ਹੁੰਦੇ ਹਾਂ। ਪਰ ਪਾਤਸ਼ਾਹ ਕਹਿੰਦੇ ਹਨ ਸਿਰ ਪੂਛ ਨਹੀਂ, ਸਿੰਘ ਨਹੀਂ, ਫਰਕ ਇੰਨਾ ਹੀ ਆ। ਵਿਹਾਰ ਸਾਰਾ ਪਸ਼ੂਆਂ ਵਾਲਾ ਹੈ, ਦੇਖਣ ਨੂੰ ਮਨੁੱਖ ਪ੍ਰਤੀਤ ਹੁੰਦੇ ਹਨ। ਅਜੇ ਪਸ਼ੂਆਂ ਦੇ ਵਿੱਚ ਮਨੁੱਖਾਂ ਨਾਲੋਂ ਗੁਣ ਮੰਨੇ ਹਨ। ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ, ਨਾ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਪਸ਼ੂਆਂ ਨੂੰ ਚੰਗਿਆਈਆਂ, ਪਸ਼ੂਆਂ ਦੇ ਵਿੱਚ ਵਡਿਆਈਆਂ ਹਨ। ਘਾਹ ਖਾ ਕੇ ਅੰਮ੍ਰਿਤ ਦੀ ਦਾਤ, ਅੰਮ੍ਰਿਤਮਈ ਦੁੱਧ ਦਿੰਦੇ ਹਨ। ਪਰ ਨਾਮ ਤੋਂ ਵਿਹੂਣੇ ਜਿਹੜੇ ਮਨੁੱਖ ਹਨ ਉਹ ਤਾਂ ਪਸ਼ੂਆਂ ਨਾਲੋਂ ਵੀ ਭੈੜੇ ਮੰਨੇ ਹਨ ਪਾਤਸ਼ਾਹ ਨੇ। ਤਾਂ ਤੇ ਆਓ ਅਸੀਂ ਤਾਂ ਹੀ ਮਨੁੱਖ ਹਾਂ ਜੇ ਸਾਡੇ ਵਿੱਚ ਕੋਈ ਗਿਆਨ ਦੀ ਕਣੀ ਹੈ, ਗਿਆਨ ਦੀ ਅੰਸ਼ ਹੈ, ਸਮਝ ਹੈ, ਵਿਚਾਰ ਹੈ, ਤਾਂ ਅਸੀਂ ਮਨੁੱਖਾਂ ਨਾਲ ਕੋਈ ਵਿਸ਼ੇਸ਼ ਗੁਣ ਰੱਖਦੇ ਹਾਂ। ਨਹੀਂ ਤਾਂ ਸਾਡੇ ਵਿੱਚ ਤੇ ਪਸ਼ੂਆਂ ਦੇ ਵਿੱਚ ਕੋਈ ਭੇਦ ਫਰਕ ਨਹੀਂ। ਪਾਤਸ਼ਾਹ ਪਸ਼ੂਆਂ ਨਾਲ ਵੀ ਸਾਨੂੰ ਭੈੜੇ ਦੱਸਦੇ ਹਨ। ਤੂੰ ਤਾਂ ਕੰਮ ਪਸ਼ੂਆਂ ਵਾਲੇ ਕਰਦਾ, ਭੇਜਿਆ ਮਨੁੱਖ
करतूत पशु की मानस जात। लोग प्रचारा करे दिन रात लोगों ਨੂੰ ਪਤਿਆਉਣ ਦਾ ਹੀ ਕੰਮ ਕਰਦਾ ਹੈ, ਪਰ ਵਿਹਾਰ ਸਾਰਾ ਹੀ ਪਸ਼ੂਆਂ ਵਾਲਾ ਹੀ ਹੈ। ਕੰਮ ਪਸ਼ੂਆਂ ਵਾਲੇ ਹਨ, ਲੜਨਾ ਪਿੜਨਾ ਇਹ ਪਸ਼ੂਆਂ ਦਾ ਹੀ ਕੰਮ ਹੈ। ਇਕੱਠੇ ਪੱਠੇ ਖਾਂਦੇ ਵੀ ਇੱਕ ਦੂਜੇ ਦੇ ਸਿੰਘ ਮਾਰੀ ਜਾਂਦੇ ਹਨ। ਮਨੁੱਖ ਦੇ ਵਿੱਚ ਤਾਂ ਪ੍ਰਮਾਤਮਾ ਨੇ ਇੱਕ ਪਿਆਰ ਪਾਇਆ ਹੈ। ਜੇ ਮਨੁੱਖ ਇਹਨਾਂ ਗੁਣਾਂ ਤੋਂ ਹੀਣਾ ਹੈ, ਸਤ ਸੰਤੋਖ ਧੀਰ ਧਰਮ ਵਿਚਾਰ ਇਹ ਦੈਵੀ ਗੁਣ ਮੰਨੇ ਹਨ। ਇਹਨਾਂ ਗੁਣਾਂ ਕਰਕੇ ਮਨੁੱਖ ਦੇਵਤਾ ਹੈ, ਮਨੁੱਖ ਹੈ। ਮਨੁੱਖ ਦਾ ਦਰਜਾ ਅਸਲ ਦੇਵਤਿਆਂ ਨਾਲੋਂ ਵੀ ਵੱਡਾ ਹੈ। ਅਸੀਂ ਲੋਕ ਦੇਵਤਿਆਂ ਨੂੰ ਚੰਗਾ ਸਮਝਦੇ ਹਾਂ ਵੀ ਦੇਵਤੇ ਵੱਡੇ ਹਨ, ਪਰ ਨਹੀਂ। ਦੇਵਤਾ ਮਨੁੱਖਾ ਸਰੀਰ ਦੀ ਇੱਛਾ ਕਰਦੇ ਹਨ, ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦਾ। ਦੇਵਤਾ ਜਿੱਥੇ ਖੜਾ ਉੱਥੇ ਹੀ ਖੜਾ ਹੈ, ਅੱਗੇ ਨਹੀਂ ਵੱਧ ਸਕਦਾ, ਪਿੱਛੇ ਤਾਂ ਮੁੜ ਸਕਦਾ, ਬੈਗੇੜ ਤਾਂ ਲੱਗ ਜੂ ਉਹਨਾਂ ਨੂੰ। ਜਦ ਪੁੰਨ ਖਤਮ ਹੋ ਜਾਣਗੇ ਮਾਤਲਬ ਉੱਤੇ ਗਿਰਾਏ ਜਾਣੇ ਹਨ, ਪਰ ਉਹਨਾਂ ਨੂੰ ਅੱਗੇ ਅਧਿਕਾਰ ਨਹੀਂ ਹੋਰ ਵਧਣ ਦਾ। ਜਿੱਥੇ ਖੜੇ ਹਨ ਉੱਥੇ ਹੀ ਖੜੇ ਹਨ। ਪਰ ਮਨੁੱਖ ਸਰੀਰ ਦੇ ਵਿੱਚ ਇਹ ਤਾਕਤ ਹੈ, ਅੱਗੇ ਵੀ ਜਾ ਸਕਦਾ, ਪਿੱਛੇ ਵੀ ਜਾ ਸਕਦਾ ਹੈ। ਇਹ ਪਿੱਛੇ ਗੇਰ ਵੀ ਲਾ ਸਕਦਾ, ਅੱਗੇ ਵੀ ਜਾ ਸਕਦਾ ਹੈ। ਨਾਮ ਜਪ ਕੇ ਹੀ ਬ੍ਰਹਮਾ ਵਿਸ਼ਨੂੰ ਆਦਿਕ ਪਦਵੀਆਂ ਪ੍ਰਾਪਤ ਕਰ ਸਕਦਾ ਹੈ। ਗੁਰਬਾਣੀ ਨੇ ਤਾਂ ਫੈਸਲਾ ਕਰਤਾ ਨਾ, ਗੁਰ ਸੇਵਾ ਤੇ ਭਗਤ ਕਮਾਈ ਤਾਵੇ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ। ਇੱਥੇ ਫੈਸਲਾ ਕਰਤਾ 33 ਕਰੋੜ ਦੇਵਤਾ ਇਸ ਮਨੁੱਖਾ ਸਰੀਰ ਦੀ ਇੱਛਾ ਕਰਦਾ, ਪਰ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦਾ। ਖੀਣਤ ਪੁੰਨੇ ਚਰਤੀ ਲੋਕੇ, ਗਲ ਦੇ ਵਿੱਚ ਫੁੱਲਾਂ ਦਾ ਹਾਰ ਪਾਇਆ ਜਾਂਦਾ। ਜਿਹੋ ਜਿਹੇ ਕਿਸੇ ਦੇ ਪੁੰਨ ਹਨ ਉਹਦੇ ਅਨੁਸਾਰ। ਦੇਵਤਿਆਂ ਦੇ ਸਾਲ ਵੱਡੇ ਹਨ। ਇੱਕ ਸਾਲ ਬਾਅਦ ਇੱਕ ਫੁੱਲ ਸੁੱਕ ਜਾਂਦਾ। ਜਦ ਸਾਰੇ ਗਲ ਦੇ ਵਿੱਚੋਂ ਫੁੱਲਾਂ ਦੀ ਮਾਲਾ ਸੁੱਕ ਜਾਂਦੀ ਆ, ਫਿਰ ਉਹ ਮਾਤ ਲੋਕ ਤੇ ਕਰਾਏ ਜਾਂਦੇ ਆ, ਫਿਰ ਧਰਤੀ ਤੇ ਸੁੱਟੇ ਜਾਂਦੇ ਹਨ। ਉਹਨਾਂ ਨੂੰ ਅਧਿਕਾਰ ਨਹੀਂ ਅੱਗੇ ਤਰੱਕੀ ਕਰਨ ਦਾ। ਉਹ ਚਾਹੁੰਦੇ ਹਨ ਜੇ ਸਾਨੂੰ ਮਨੁੱਖਾ ਸਰੀਰ ਮਿਲ ਜਾਵੇ, ਅਸੀਂ ਗੁਰੂ ਨਾਨਕ ਦੀ ਸਿੱਖੀ ਧਾਰਨ ਕਰਕੇ ਜਪਜੀ ਸਾਹਿਬ ਵਰਗੀ ਅੰਮ੍ਰਿਤ ਬਾਣੀ ਦਾ ਪਾਠ ਕਰੀਏ। ਇਹ ਜਪਜੀ ਸਾਹਿਬ ਦੇਵਤੇ ਤਰਸਦੇ ਹਨ ਜਪਜੀ ਸਾਹਿਬ ਦਾ ਪਾਠ ਕਰਨ ਵਾਸਤੇ, ਪਰ ਇਹ ਸਾਡੇ ਵੱਡੇ ਭਾਗਨ ਸਿੱਖ ਕੌਮ ਦੇ ਜਿਨ੍ਹਾਂ ਨੂੰ ਜਪਜੀ ਸਾਹਿਬ ਵਰਗੀ ਅੰਮ੍ਰਿਤ ਬਾਣੀ ਪੜ੍ਹਨ ਨੂੰ ਪ੍ਰਾਪਤ ਹੁੰਦੀ ਹੈ। ਜਪਜੀ ਸਾਹਿਬ ਪਰਮਾਤਮਾ ਦੀ ਨਿਤ ਨਵੀਂ ਖਬਰ ਆ, ਨਿਤ ਤਾਜੀ ਖਬਰ। ਆਹ ਖਬਰਾਂ ਸੁਣਦੇ ਹਨ। ਕੱਲ ਦਾ ਅਖਬਾਰ ਨਹੀਂ ਅਗਲਾ ਪੜ੍ਹਦਾ, ਕਹਿੰਦਾ ਪੁਰਾਣੀ ਖਬਰ ਆ, ਪਰ ਸਾਧ ਸੰਗਤ ਜਪਜੀ ਸਾਹਿਬ ਦੀ ਨਿਤ ਤਾਜੀ ਖਬਰ ਆ ਪਰਮਾਤਮਾ ਦੀ। ਜਿਹੜੀ ਖਬਰ ਤਾਜੀ ਜਪਜੀ ਸਾਹਿਬ ਦੇ ਵਿੱਚ ਨਿਰੰਕਾਰ ਦੀ, ਉਹ ਕਿਸੇ ਵੀ ਧਰਮ ਦੇ ਵਿੱਚ ਨਹੀਂ, ਕਿਸੇ ਪੁਸਤਕ ਦੇ ਵਿੱਚ। ਨਿਤ ਨਵੀਂ ਤੋਂ ਨਵੀਂ ਖਬਰ ਆਉਂਦੀ ਹੈ, ਨਿਤ ਨਵੀਂ ਤੋਂ ਤਾਜੀ ਤਾਜੀ ਖਬਰ ਆ ਪਰਮਾਤਮਾ ਦੇ ਨੇੜੇ ਲਿਜਾਣ ਵਾਲੀ। ਤਾਂ ਤੇ ਆਓ ਸਾਧ ਸੰਗਤ ਜਪਜੀ ਸਾਹਿਬ ਨੂੰ ਤਰਸਦੇ ਹਨ 33 ਕਰੋੜ ਦੇਵਤਾ। ਸ੍ਰੀ ਜਪਜੀ ਮਹਿਮਾ ਮਹਾ ਵਰਨ ਸਕੇ ਕਹੋ ਕੌਣ, ਮਨ ਬਾਂਛਤ ਫਲ ਦਾਇਨੀ ਚਤੁਰ ਪਦਾਰਥ ਭਾਉਣ। ਜਪਜੀ ਸਾਹਿਬ ਨੂੰ ਪੜ੍ਹਨਿਆ ਚਾਰੇ ਪਦਾਰਥ ਘਰ ਦੇ ਵਿੱਚ ਆ ਜਾਂਦੇ ਹਨ। ਇੱਥੋਂ ਤੱਕ ਵੀ ਦੱਸਿਆ ਹੈ, ਸਿੱਖ ਹੋਏ ਜਪ ਕੰਠ ਨਾ ਕੀਨ, ਤੰਦਲ ਬਿਨ ਤੋਹ ਕਾਮ ਕੇ ਬਿਰਥਾ ਜਨਮ ਤੇ ਲੀਨ। ਜਿਹਨੇ ਗੁਰਸਿੱਖ ਹੋ ਕੇ ਜਪਜੀ ਸਾਹਿਬ ਦਾ ਪਾਠ ਨਾ ਯਾਦ ਕੀਤਾ, ਉਹਨੇ ਤਾਂ ਮਾਨੋ ਸਿੱਖ ਜਨਮ ਹੀ ਵਿਅਰਥ ਧਾਰਨ ਕੀਤਾ, ਉਹਦਾ ਤਾਂ ਆਉਣ ਦਾ ਹੋਣਾ ਹੀ ਨਿਸਫਲ ਹੈ। ਸਿੱਖ ਹੋਏ ਜਪ ਕੰਠ ਨਾ ਕੀਨ, ਤੰਦਲ ਬਿਨ ਤੋਹ ਕਾਮ ਕੇ ਬਿਰਥਾ ਜਨਮ ਤੇ ਲੀਨ। ਜੇ ਚੌਲ ਨਾ ਹੋਣ ਤੇ ਆ ਜੀਰੀ ਦੀ ਕੀਮਤ ਕੋਈ ਨਹੀਂ, ਜੇ ਵਿੱਚ ਦਾਣੇ ਸੁੱਕੇ ਹੋਣ, ਚੌਲਾਂ ਦੀ ਕੀਮਤ ਹੈ। ਇਸੇ ਤਰ੍ਹਾਂ ਜੇ ਗੁਰਸਿੱਖ ਦੇ ਜਪਜੀ ਸਾਹਿਬ ਨਹੀਂ ਯਾਦ, ਜਿਹੜਾ ਗੁਰਸਿੱਖ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ, ਮਨ ਉਹਦਾ ਵੀ ਹੋਣਾ ਨਿਸਫਲ ਹੈ। ਦੇਖੋ ਨਹੀਂ ਸਿੱਖਾਂ, ਸਿੱਖ ਨਹੀਂ ਮਨ ਦਿਖਾਵੇ ਦਾ ਸਿੱਖ ਹੈ। ਜੇ ਜਪਜੀ ਸਾਹਿਬ ਵਰਗੀ ਅੰਮ੍ਰਿਤ ਬਾਣੀ ਗੁਰਸਿੱਖ ਦੇ ਯਾਦ ਨਹੀਂ, ਇਹਦਾ ਪਾਠ ਨਹੀਂ ਕਰਦਾ। 33 ਕਰੋੜ ਦੇਵਤਾ ਚਾਹੁੰਦਾ ਹੈ ਸਾਨੂੰ ਮਨੁੱਖਾ ਸਰੀਰ ਮਿਲੇ। ਅਸੀਂ ਗੁਰੂ ਨਾਨਕ ਦੀ ਇਹ ਜਪਜੀ ਸਾਹਿਬ ਅੰਮ੍ਰਿਤ ਬਾਣੀ ਦਾ ਪਾਠ ਕਰਕੇ ਉਹ ਪਦਵੀ ਪ੍ਰਾਪਤ ਕਰ ਲਈਏ, ਸਭ ਤੇ ਉੱਚ ਪਾਏ ਅਸਥਾਨ, ਬਹੁ ਨਾ ਹੋਏ ਆਵਣ ਜਾਣ। ਉਹ ਪਦਵੀ ਪ੍ਰਾਪਤ ਕਰ ਲਈਏ ਜਿੱਥੇ ਜਾ ਕੇ ਆਉਣਾ ਜਾਣਾ ਨਾ ਖਤਮ ਹੋ ਜਾਂਦਾ। ਤਾਂ ਤੇ 33 ਕਰੋੜ ਦੇਵਤਾ ਚਾਹੁੰਦਾ ਹੈ, ਲੋਚਦਾ ਹੈ। ਉਹਨਾਂ ਨੂੰ ਪ੍ਰਾਪਤ ਨਹੀਂ, ਸਾਨੂੰ ਪ੍ਰਾਪਤ ਹੈ। ਅਸੀਂ ਇਹਦੀ ਕਦਰ ਨਹੀਂ ਕਰਦੇ ਮਨੁੱਖਾ ਜਨਮ ਦੀ। ਜਪਜੀ ਸਾਹਿਬ ਦੀ ਬਾਣੀ ਨਹੀਂ ਪੜ੍ਹਦੇ, ਯਾਦ ਨਹੀਂ ਕਰਦੇ। ਪੜ੍ਹਦੇ ਹਾਂ, ਮੰਨੇ ਕੀ ਗੱਲ ਕਹੀ ਨਾ ਜਾਏ, ਇਹ ਮੇਰਾ ਖਿਆਲ 20 ਵਾਰ ਪੜ੍ਹਦੇ ਹੋਵਾਂਗੇ, ਫਿਰ ਭੁੱਲ ਜਾਂਦੇ ਹਾਂ, ਗੱਲਾਂ ਕਰਨ ਲੱਗ ਜਾਂਦੇ ਹਾਂ, ਤੇ ਸਾਡਾ ਮਨ ਨਹੀਂ ਜੁੜਦਾ। ਜੇ ਪੜ੍ਹਦੇ ਵੀ ਐਵੇਂ ਬੱਧਾ ਚੱਟੀ ਭਰਦੇ ਹਾਂ, ਨਾ ਤਾਂ ਮਨ ਇਕਾਗਰ ਹੁੰਦਾ, ਨਾ ਜੁੜਦਾ ਹੈ।
ਤਾਂ ਤੇ ਆਓ ਸਾਧ ਸੰਗਤ 33 ਕਰੋੜ ਦੇਵਤਾ ਮਨੁੱਖਾ ਸੀੜ ਦੀ ਇੱਛਾ ਕਰਦੇ ਹਨ, ਸਾਨੂੰ ਪ੍ਰਾਪਤ ਹੈ, ਆਓ ਇਸ ਤੋਂ ਲਾਹਾ ਪ੍ਰਾਪਤ ਕਰੀਏ। ਜਿਹੜੀ ਦੇਹ ਨੂੰ ਲੋਚਦੇ ਦੇਵਤੇ, ਜਿਹੜੀ ਦੇਹ ਨੂੰ ਕਰੋੜ ਦੇਵਤਾ ਲੋਚਦਾ ਹੈ, ਉਹਨਾਂ ਨੂੰ ਮਿਲਦੀ ਨਹੀਂ, ਸਾਨੂੰ ਮਿਲੀ ਹੈ, ਕਦਰ ਕਰਨੀ ਸਾਡਾ ਫਰਜ਼ ਹੈ। ਜਪਜੀ ਸਾਹਿਬ ਵਰਗੀ ਅੰਮ੍ਰਿਤ ਬਾਣੀ ਦਾ ਪਾਠ ਕਰਨਾ ਗੁਰਸਿੱਖ ਦਾ ਪਰਮ ਧਰਮ ਹੈ। ਸਿੱਖ ਹੋਏ ਜਪ ਕੰਠ ਨਾ ਕੀਨ, ਤੰਦਲ ਬਿਨਤੋ ਕਾਮ ਕੇ ਬਿਰਥਾ ਜਨਮ ਤੇ ਲੀਨ। ਮਾਨੋ ਉਸ ਗੁਰਸਿੱਖ ਨੇ ਐਵੇਂ ਵਿਅਰਥੀ ਜਨਮ ਧਾਰਨ ਕੀਤਾ ਜਿਨ੍ਹੇ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ। ਜਪਜੀ ਸਾਹਿਬ ਜਿਹੜੇ ਗੁਰਸਿੱਖ ਦੇ ਯਾਦ ਨਹੀਂ, ਤਾਂ ਤੇ ਉਹ ਬਾਬੇ ਨੇ ਸੱਚਖੰਡ ਵਿੱਚੋਂ ਪਹਿਲੀ ਬਾਣੀ ਸੱਚਖੰਡ ਵਿੱਚੋਂ ਇਹੋ ਹੀ ਜਪਜੀ ਸਾਹਿਬ ਹੀ ਆਈ ਹੈ। ਇਹਦੇ ਵਰਗੀ ਦੁਨੀਆ 'ਚ ਬਾਣੀ ਨਾ ਕੋਈ ਹੈ ਨਾ ਹੋਣੀ ਆ। ਇਹੋ ਜਿਹੀ ਅੰਮ੍ਰਿਤ ਬਾਣੀ ਸਾਰਾ ਗੁਰੂ ਗ੍ਰੰਥ ਸਾਹਿਬ ਜਪਜੀ ਸਾਹਿਬ ਦਾ ਟੀਕਾ, ਸਾਰਾ ਗੁਰੂ ਗ੍ਰੰਥ ਸਾਹਿਬ ਹੀ ਇਹੋ ਜਿਹੀ ਅੰਮ੍ਰਿਤ ਬਾਣੀ ਆ ਬਾਬੇ ਨਾਨਕ ਦੀ। ਇਹ ਗੁਰਸਿੱਖਾਂ ਦਾ ਮਾਲਾ ਮੰਤਰ ਆ। ਜਿਵੇਂ ਮਾਲਾ ਫੇਰੀਦੀ ਹੈ ਨਾ, ਇਸੇ ਤਰ੍ਹਾਂ ਜਪਜੀ ਸਾਹਿਬ ਦਾ ਪਾਠ ਗੁਰਸਿੱਖ ਨੇ ਹਰ ਵਕਤ ਕਰਨਾ। ਪਹਿਲੇ ਮਹਾਂਪੁਰਖ 25 ਪਾਠ 50 55 ਪਾਠ ਜਪਜੀ ਸਾਹਿਬ ਦੇ ਕਰਿਆ ਕਰਦੇ। ਇਸ ਤੋਂ ਵੀ ਵੱਧ ਗੁਰਸਿੱਖ ਦਾ ਜੀਵਨ ਹੀ ਜਪਜੀ ਸਾਹਿਬ, ਅਸਲ ਸਿੱਖੀ ਜੀ ਜਪਜੀ ਤੋਂ ਸ਼ੁਰੂ ਹੁੰਦੀ ਹੈ। ਉਹ ਬਾਬੇ ਨਾਨਕ ਨੇ ਸੱਚਖੰਡ ਦੇ ਵਿੱਚ ਪਹੁੰਚ ਕਰਕੇ ਢਾਡੀ ਸੱਚੇ ਮਹਿਲ ਖਸਮ ਡਲਾਇਆ, ਸੱਚੀ ਸਿਫਤ ਸਲਾਹ ਕੱਪੜਾ ਪਾਇਆ। ਸੱਚਖੰਡ ਦੇ ਵਿੱਚੋਂ ਆ ਕੇ ਦੁਨੀਆ ਤੇ ਪਹਿਲੇ ਬਾਣੀ ਜਪਜੀ ਸਾਹਿਬ ਦਾ ਹੀ ਉਚਾਰਨ ਹੁੰਦਾ ਹੈ। ਰਾਵੀ ਵਿੱਚੋਂ ਨਿਕਲ ਕਰਕੇ ਤਾਂ ਤੇ ਆਓ ਸਾਧ ਸੰਗਤ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਦੁਨੀਆ ਤੇ ਆਉਣਾ। ਜੇ ਸਮੇਂ ਧਰਤੀ ਤੇ ਇਤਨੇ ਭਾਵ ਵੱਧ ਚੁੱਕੇ ਸਨ, ਜਬ ਜਬ ਹੋਤ ਅਰਿਸ਼ਟ ਪਾਰਾ, ਤਬ ਤਬ ਦੇ ਧਰਤੇ ਅਵਤਾਰਾ। ਦੁਨੀਆ ਦੇ ਭਾਵ ਵੱਧ ਜਾਂਦੇ ਹਨ। ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ। ਧਰਤੀ ਪਾਪਾਂ ਕਰਕੇ ਘਬਰਾ ਗਈ। ਕਲਮਲ ਨਾਮ ਹੈ ਪਾਪਾਂ ਦਾ, ਮੇਦਨੀ ਨਾਮ ਹੈ ਧਰਤੀ ਦਾ। ਜਦ ਧਰਤੀ ਪਾਪਾਂ ਕਰਕੇ ਦੁਖੀ ਰੋਣ ਲੱਗੀ, ਨਿਰੰਕਾਰ ਦੀ ਦਰਗਾਹ ਦੇ ਵਿੱਚ ਪੁਕਾਰ ਸੁਣੀ ਗਈ, ਅਰਦਾਸ ਕਰੇ ਲਿਵ ਲਾਏ। ਸੱਚੇ ਸੁਣਿਆ ਕੰਨ ਦੇ, ਨਿਰੰਕਾਰ ਨੇ ਕੰਨ ਦੇ ਕੇ ਖਿਆਲ ਦੇ ਨਾਲ ਧਰਤੀ ਦੀ ਪੁਕਾਰ ਸੁਣੀ। ਆਵਾਜ਼ ਆਈ, ਧਰਤੀ ਤੈਨੂੰ ਕੀ ਦੁੱਖ ਆ, ਕਾਹਦਾ ਭਾਰ ਆ? ਤੇਰੇ ਤੇ ਨਗਰ ਦੁਨੀਆ ਬਹੁਤੀ ਵੱਧ ਗਈ, ਜਾਂ ਨਗਰ ਕਿਲੇ ਪਹਾੜ ਸਮੁੰਦਰ ਦਰਖਤ ਵੱਧ ਗਏ, ਕਾਹਦਾ ਭਾਰ ਆ ਤੈਨੂੰ? ਉਸ ਸਮੇਂ ਧਰਤੀ ਕਹਿਣ ਲੱਗੀ ਹੈ, ਮੇਰੇ ਵਾਹਿਗੁਰੂ ਮੇਰੇ ਨਿਰੰਕਾਰ, ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ, ਨਾ ਤਿਸ ਭਾਰੇ ਕੋਟ ਗੜ,
ਨਦ ਵਾਹ ਵਹੰਦੇ, ਨਾ ਤਿਸ ਭਾਰੇ ਤਰਵਰਾਂ ਫਲ ਸੁਫਲ ਫਲੰਦੇ। ਭਾਰ ਕਾਦਾ ਹੈ ਫਿਰ? ਭਾਰੇ ਭੋਏ ਅਕਿਰਤ ਕਣ ਮੰਦੀ ਹੂੰ ਮੰਦੇ। ਅਕਿਰਤ ਕਣ ਇਹਨਾਂ ਦਾ ਭਾਰ ਆ। ਦੇਖ ਲੋ ਕਿਰਤ ਕਣ ਕੌਣ ਹਨ? ਜਿਹੜੇ ਕਿਸੇ ਦੇ ਕੀਤੇ ਨੂੰ ਭੁਲਾ ਦੇਣ ਵਾਲੇ। ਕਿਸੇ ਨੇ ਕੋਈ ਪਰਉਪਕਾਰ ਕੀਤਾ ਉਹਨੂੰ ਭੁਲਾ ਦੇਣ ਵਾਲੇ। ਸਾਨੂੰ ਪ੍ਰਮਾਤਮਾ ਨੇ 33 ਕਰੋੜ ਦੇਵਤਾ ਲੋਚਦੇ ਨੇ, ਸਾਨੂੰ ਮਨੁੱਖਾ ਸਰੀਰ ਦਿੱਤਾ, ਪਰ ਅਸੀਂ ਪ੍ਰਮਾਤਮਾ ਨੂੰ ਭੁਲਾਤਾ। ਵਾਹਿਗੁਰੂ ਨੂੰ ਦੁਨੀਆ ਤੇ ਆ ਕੇ ਭੁੱਲ ਗਏ। ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਮਰ ਵਰਤਾਇਆ। ਸਾਡੀ ਲਿਵ ਟੁੱਟ ਗਈ, ਤ੍ਰਿਸ਼ਨਾ ਲੱਗ ਗਈ, ਪ੍ਰਮਾਤਮਾ ਨੂੰ ਭੁੱਲ ਗਏ, ਦੁਨੀਆ ਤੇ ਆ ਗਏ। ਅਸੀਂ ਕਿਰਤ ਕਹਾਣ ਹਾਂ ਜਿਹੜਾ ਕਿਸੇ ਦੇ ਕੀਤੇ ਨੂੰ ਭੁੱਲ ਜਾਵੇ। ਜਿਨ ਕਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ। ਜਿਨ ਮਨ ਰੱਖਿਆ ਅਗਨੀ ਪਾਏ, ਵਾਜੇ ਪਹੁਣੇ ਆਖੇ ਸਭ ਜਾਏ। ਇਹ ਨਿਰੰਕਾਰ ਦੀਆਂ ਮੋਲਕ ਦਾਤਾਂ ਹਨ। ਬਿਜਲੀ ਮਹੀਨਾ ਬਾਲਦਿਆਂ ਬਿੱਲ ਆ ਜਾਂਦਾ, ਜੇ ਨਹੀਂ ਭਰਾਂਗੇ ਕਰੰਟ ਕੱਟਿਆ ਜਾਂਦਾ, ਕੱਟ ਜਾਂਦੇ ਨੇ ਤਾਰ, ਹਨੇਰਾ ਕਰ ਜਾਂਦੇ ਹਨ। ਜੇ ਪਛੜ ਜਾਵਾਂਗੇ ਤਾਂ ਜੁਰਮਾਨਾ ਲੱਗ ਜਾਂਦਾ ਹੈ ਬਿੱਲ ਭਰਨ ਵਿੱਚ ਵੀ। ਪਰ ਨਿਰੰਕਾਰ ਦੀਆਂ ਦਾਤਾਂ ਆ ਸੂਰਜ 12 ਮਹੀਨੇ ਇੱਕ ਰਾਤ ਚੜ੍ਹ ਰਿਹਾ, ਜਦ ਦੀ ਦੁਨੀਆ ਬਣੀ ਹੈ ਕਦੇ ਫਰਕ ਪਾਇਆ? ਕਦੇ ਸੂਰਜ ਨੇ ਕਿਹਾ ਵੀ ਅੱਜ ਆਰਾਮ ਕਰ ਲਈਏ, ਚੱਲ ਛੁੱਟੀ ਕਰ ਲਈਏ? ਐਤਵਾਰ ਦੀ ਛੁੱਟੀ ਹੋ ਜਾਂਦੀ ਦੁਨੀਆ ਨੂੰ, ਮੁਲਾਜ਼ਮਾਂ ਨੂੰ। ਪਰ ਇਹ ਨਿਰੰਕਾਰ ਦੇ ਹੁਕਮ ਦੇ ਵਿੱਚ ਦਿਨ ਰਾਤ ਪ੍ਰਕਾਸ਼ ਕਰਦੇ ਹਨ, ਕਦੇ ਛੁੱਟੀ ਨਹੀਂ ਕੀਤੀ। ਇਹ ਨਿਰੰਕਾਰ ਦੀਆਂ ਮੋਲਕ ਦਾਤਾਂ ਹਨ। ਹਵਾ ਚੱਲਦੀ ਆ, ਬਾਰਿਸ਼ ਪੈਂਦੀ ਆ, ਕਦੇ ਬਿੱਲ ਨਹੀਂ ਆਇਆ ਵਾਹਿਗੁਰੂ ਦਾ। ਇਹੋ ਹੀ ਕਿਰਤ ਕਹਾਣ ਉਹਦੀਆਂ ਦਾਤਾਂ ਨੂੰ ਪਾ ਕੇ ਭੁੱਲੇ ਬੈਠੇ, ਕਦੇ ਸ਼ੁਕਰਾਨਾ ਨਹੀਂ ਕੀਤਾ। ਅੜ ਜਸੰਦ ਕੱਢਣਾ ਕਹਿੰਦੇ ਨੇ, ਇਹਦਾ ਮਤਲਬ ਇਹ ਹੁੰਦਾ ਰੱਬ ਦਾ ਸ਼ੁਕਰਾਨਾ ਕਰਨਾ। ਹੋਰ ਕੋਈ ਅਸੀਂ ਰੱਬ ਨੂੰ ਨਹੀਂ ਬਿਲਟੀ ਕਰਕੇ ਸੱਚਖੰਡ ਨੂੰ ਤੋਰਦੇ ਪੈਸਿਆਂ ਦੀ, ਜਿਵੇਂ ਹੋਰ ਸਰਕਾਰਾਂ ਦੇ ਖਜ਼ਾਨੇ ਜਾਂਦੇ ਹਨ ਦਿੱਲੀ ਨੂੰ। ਇਹੋ ਜਿਹਾ ਕੋਈ ਖਜ਼ਾਨਾ ਨਹੀਂ ਜਾਂਦਾ। ਕਿਰਤ ਕਹਾਣ ਦਾ ਦੋਸ਼ ਉਤਾਰਨ ਵਾਸਤੇ ਹੁੰਦਾ ਹੈ। 8 ਪਹਿਰਾਂ ਵਿੱਚੋਂ 2.5 ਘੰਟੇ ਸੰਗਤ ਵਿੱਚ ਲੰਘਾਉਣੇ। ਉਹਦਾ ਸਵਾਸ ਜਪਣ ਦਾ ਹੁਕਮ ਹੈ ਨਾ ਗੁਰਸਿੱਖ ਨੂੰ। ਸਾਹ ਜਾਏ ਨਾਮੇ ਬਿਨ, ਸੋ ਬਿਰਥਾ ਸਾਸ ਵਿਕਾਰੇ। ਇੱਕ ਸਵਾਸ ਵੀ ਜਿਹੜਾ ਬਿਰਥ ਚਲਿਆ ਜਾਂਦਾ, ਮਾਨੋ ਸਵਾਸ ਬਿਰਥ ਚਲਿਆ ਜਾਂਦਾ ਨਾਮ ਤੋਂ ਬਿਨਾਂ, ਕਿਸੇ ਲੇਖੇ ਵਿੱਚ ਨਹੀਂ। ਗੁਰਸਿੱਖ ਨੂੰ ਹੁਕਮ ਹੈ ਇੱਕ ਸਵਾਸ ਵੀ ਨਾਮ ਤੋਂ ਬਿਨਾਂ ਬਿਰਥ ਨਾ ਜਾਵੇ। ਤੇ ਗੁਰੂ ਸਾਹਿਬਾਨ ਨੇ ਤਾਂ ਉਸੇ ਨੂੰ ਸਿੱਖ ਮੰਨਿਆ, ਉਸੇ ਨੂੰ ਸੰਤ ਮੰਨਿਆ ਹੈ ਜਿਹਨੂੰ ਸਵਾਸ ਨਾਮ ਨਹੀਂ ਭੁੱਲਦਾ। ਇੱਥੋਂ ਤੱਕ ਪਾਤਸ਼ਾਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੱਸਦੇ ਹਨ, ਜਿੰਨਾ ਸਾਸ ਗਰਾਸ ਨਾ ਵਿਸਰੇ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ, ਪੂਰਨ ਸੋਈ ਸੰਤ। ਲੈ ਸਤਿਗੁਰਾਂ ਨੇ ਨੇੜੇ ਨਿਬੇੜਾ ਕਰਤਾ, ਉਹਨੂੰ ਪੂਰਨ ਸੰਤ ਮੰਨਿਆ ਸਤਿਗੁਰਾਂ ਨੇ ਜਿਹਨੂੰ ਸਵਾਸ ਨਾਮ ਨਹੀਂ ਭੁੱਲਦਾ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਸਵਾਲ ਕੀਤਾ, ਪਾਤਸ਼ਾਹ ਜਿਨ੍ਹਾਂ ਗੁਰਸਿੱਖਾਂ ਨੂੰ ਸਵਾਸ ਨਾਮ ਨਹੀਂ ਭੁੱਲਦਾ, ਉਹਨਾਂ ਦੀ ਕਿਤਨੀ ਕੁ ਵੱਡੀ ਵਡਿਆਈ ਹੈ, ਕਿਹੋ ਜਿਹੇ ਹਨ? ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਸ ਸਵਾਲ ਦਾ ਜਵਾਬ ਦਿੰਦੇ ਹਨ। ਸਾਈਂ ਹੀ ਵਰਗੇ ਨੇ ਵਿਸਰੇ ਨਾ ਨਾਮ ਜਵਾਰੋ, ਸਾਈਂ ਹੀ ਵਰਗੇ
ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਹ ਸਵਾਲ ਦਾ ਜਵਾਬ ਦਿੰਦੇ ਹਨ। ਸਵਾਲ ਕੀਤਾ ਗੁਰਸਿੱਖਾਂ ਨੇ ਪਾਤਸ਼ਾਹ ਜਿਨ੍ਹਾਂ ਨੂੰ ਨਾਮ ਨਹੀਂ ਵਿਸਰਦਾ, ਸਵਾਸ ਸਵਾਸ ਜਪਦੇ ਹਨ, ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਿਆ। ਇਹ ਸਵਾਲ ਹੋਇਆ ਪਾਤਸ਼ਾਹ ਤੇ। ਇਹਦੇ ਉੱਤਰ ਵਿੱਚ ਸਾਹਿਬ ਦੱਸਦੇ ਹਨ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਮੂਲੋਂ ਮੁੱਲ ਭੁੱਲ ਕੇ ਵੀ ਕਦੇ ਵੀ ਇਸ ਗੱਲ ਦੇ ਵਿੱਚ ਭੇਦ ਫਰਕ ਨਹੀਂ ਜਾਣਨਾ ਵੀ ਇਹ ਹੋਰ ਹੈ ਰੱਬ ਹੋਰ ਨਹੀਂ। ਉਹ ਰੱਬ ਦਾ ਹੀ ਰੂਪ ਸਮਝ ਲਓ, ਜਿਹਨੂੰ ਕਦੇ ਰੱਬ ਨਹੀਂ ਨਾ ਭੁੱਲਦਾ, ਹਰ ਵਕਤ ਯਾਦ ਰਹਿੰਦਾ। ਆਮ ਕਹਾਵਤ ਨਾ ਫਲਾਣਾ ਦਾ ਫਲਾਣੇ ਦਾ ਰੂਪ ਹੀ ਹੋਇਆ, ਕਿਉਂਕਿ ਉਹਦਾ ਸਿਮਰਨ ਕਰਦਾ ਦਿਨ ਰਾਤ। ਜਦ ਮਨੁੱਖ ਇੱਕ ਮਨੁੱਖ ਦਾ ਰੂਪ ਹੋ ਸਕਦਾ ਸਿਮਰਨ ਕਰਦਿਆਂ ਕਰਦਿਆਂ, ਤੇ ਭਗਤ ਕਿਉਂ ਨਹੀਂ ਭਗਵਾਨ ਦਾ ਰੂਪ ਹੋ ਸਕਦਾ। ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਤੇ ਗੁਰਸਿੱਖ ਗੁਰੂ ਦਾ ਰੂਪ ਹੋ ਜਾਂਦਾ, ਗੁਰੂ ਦਾ। ਕਿਉਂ? ਇਹ ਕਲਗੀਧਰ ਦਾ ਇਲਾਹੀ ਫਰਮਾਨ ਹੈ। ਆਤਮ ਰਸ ਜੇ ਜਾਨਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ। ਇਹ ਕਿਸੇ ਆਮ ਮਨੁੱਖ ਦਾ ਲਫ਼ਜ਼ ਨਹੀਂ, ਬਚਨ ਨਹੀਂ ਗਾ। ਇਹ ਉਸ ਹਿਮਕੁੰਡ ਦੇ ਵਾਸੀ ਦਾ ਜਿਹੜਾ ਇਤਨੀ ਤਪੱਸਿਆ ਕੀਤੀ, ਇਹ ਵਿਦ ਕਰਤ ਤਪੱਸਿਆ ਭਇਓ, ਦ્વੈਤ ਏਕ ਰੂਪ ਹੋ ਗਇਓ। ਦੋ ਰੂਪ ਤੋਂ ਇੱਕ ਰੂਪ ਹੋ ਜਾਂਦੇ ਹਨ। ਉਸ ਆਤਮ ਰਸੀ ਦਾ ਇਹ ਬਚਨ ਹੈ। ਜਿਹੜਾ ਆਤਮ ਰਸ ਮੰਨਣ ਵਾਲਾ ਗੁਰਸਿੱਖ ਹਨ, ਦਿਨ ਰਾਤ ਆਤਮਾ ਦੇ ਵਿੱਚ ਜੁੜਿਆ ਹੋਇਆ ਹੈ, ਆਤਮ ਰਸੀਆ ਗੁਰਸਿੱਖ। ਕਿਉਂਕਿ ਇੱਕ ਤਾਂ ਭਜਨ ਦਾ ਆਨੰਦ ਹੁੰਦਾ ਹੈ, ਇੱਕ ਆਤਮ ਆਨੰਦ ਹੁੰਦਾ ਹੈ। ਅੱਡ ਅੱਡ ਇਹਨਾਂ ਦੇ ਭੇਦ ਹਨ। ਵਿਸ਼ੇ ਆਨੰਦ ਸੰਸਾਰ ਹੈ, ਭਜਨ ਆਨੰਦ ਹਰੀਦਾਸ, ਬ੍ਰਹਮ ਆਨੰਦ ਜੀਵਨ ਮੁਕਤ ਭਈ ਵਾਸ਼ਨਾ ਨਾਸ। ਚਾਹ ਗਈ ਚਿੰਤਾ ਮਿਟੀ ਮਨੁਆ ਬੇਪਰਵਾਹ, जिस को कछु ना चाहिए सोई शैन शाह। ओए प्यारे कुछ देर तक अचाह बनकर देख, बेप्रवाह बनकर देख, अलाहा बनकर देख, रूढ़ हो निज रूप में अलाहा बनकर देख। जद गुरसिख इच्छा तो रहत हुंदा है, वासना तो रहत। वासना वाला कंगाल है। बादशाह नूं क्यों कंगाल मन्निया ने सतगुरां ने? क्यों दिन रात उन्हां दी वासना दुखी हाँ इच्छा करके। ਜਿਹਦੀ ਇੱਛਾ ਖਤਮ ਹੋ ਗਈ ਉਸੇ ਨੂੰ ਪਾਤਸ਼ਾਹ ਮੰਨਿਆ ਹੈ ਸਤਿਗੁਰਾਂ ਨੇ। ਬਾਦਸ਼ਾਹ ਦਾ ਵਜ਼ੀਰ ਆ ਜਹਾਂਗੀਰ ਦਾ, ਬਲੀ ਰਾਮ ਉਹਦਾ ਨਾਮ। ਇਹ ਹੁਕਮ ਸੀ ਬਾਦਸ਼ਾਹ ਦਾ ਅਕਬਰ ਵੇਲੇ, ਵਜ਼ੀਰ ਆਪਣੇ ਦੇ ਜਹਾਂਗੀਰ ਵੇਲੇ। ਜਿੰਨਾ ਚਿਰ ਹੁਕਮ ਨਹੀਂ ਸਿੰਦਾ ਕੋਈ ਵਜ਼ੀਰ ਬੈਠ ਨਹੀਂ ਸਕਦਾ, ਖੜੇ ਰਹਿਣਾ ਨਮਸਕਾਰ ਕਰਕੇ, ਸਲਾਮ ਅਲੈਕੁਮ ਕਰਕੇ। ਜਦ ਬਾਦਸ਼ਾਹ ਦੀ ਨਿਗਾਹ ਪੈਂਦੀ ਫਿਰ ਇਸ਼ਾਰਾ ਹੁੰਦਾ ਤਾਂ ਬੈਠਦਾ ਸੀ ਆਪਣੀ ਕੁਰਸੀ ਤੇ, ਵਜ਼ੀਰ ਨੇ ਤਾਂ ਖੜਾ ਹੀ ਰਹਿੰਦਾ। ਇਤਨਾ ਕਰੜਾ ਸੀ ਬਾਦਸ਼ਾਹ ਵੇਲੇ ਕਾਨੂੰਨ। ਤੇ ਹਿੰਦੂ ਵਜ਼ੀਰਾਂ ਦਾ ਵਾਸਤੇ ਤਾਂ ਖਾਸ ਕਰਕੇ ਬੜੀ ਕਰੜਾਈ ਸੀ। ਇਹ ਬਲੀ ਰਾਮ ਹਿੰਦੂ ਵਜ਼ੀਰ ਆਇਆ, ਨਮਸਕਾਰ ਕੀਤੀ, ਖੜਾ ਨਹੀਂ। ਬਾਦਸ਼ਾਹ ਦੀ ਨਿਗਾਹ ਪਈ, ਆਪਣੇ ਕਿਸੇ ਖਿਆਲ ਵਿੱਚ ਲੱਗਾ, ਕਿਸੇ ਪਤਾ ਨਹੀਂ ਕਿੱਧਰ ਖਿਆਲ ਗਿਆ ਹੋਏ। ਉਹ ਵਿਚਾਰਾ ਖੜਾ ਹੱਥ ਜੋੜੀ, ਬਾਦਸ਼ਾਹ ਦਾ ਹੁਕਮ ਹੋਏ ਤੇ ਬੈਠਾ। ਇਤਨੇ ਚਿਰ ਨੂੰ ਇੱਕ ਭਰਿੰਡ ਆਈ, ਡੇਂਬੂ ਆਇਆ। ਉਹਨੇ ਇਤਨੇ ਜ਼ੋਰ ਦੇ ਦੰਦੀ ਵੱਢੀ, ਨੀਵੇਂ ਹੋ ਕੇ ਭਰਿੰਡ ਤੋੜਨ ਦਾ ਵੀ ਉਹਨੂੰ ਹੁਕਮ ਨਹੀਂ, ਪੈਰ ਦੇ ਨਾਲ ਹੀ ਭਰਿੰਡ ਹਟਾਈ, ਨੀਵਾਂ ਨਹੀਂ ਹੋ ਸਕਦਾ ਹੁਕਮ ਤੋਂ ਬਿਨਾਂ। ਬੜਾ ਹੀ ਦੁੱਖ ਹੋਇਆ। ਮਨ ਨੇ ਕੁਤਰਕ ਖਾਦੀ ਹੋਏ ਮਨਾ, ਆਹ ਰੋਟੀ ਪਿੱਛੇ ਮੰਗਦਾ ਫਿਰਦਾ ਤੂੰ, ਆਹ ਦੁੱਖ ਤੈਨੂੰ ਹੁਕਮ ਤੋਂ ਬਿਨਾਂ ਬੈਠਣ ਦਾ ਵੀ ਹੁਕਮ ਨਹੀਂ, ਤੂੰ ਨਿਉਂ ਕੇ ਭਰਿੰਡ ਦੇ ਡੰਗ ਵੀ ਨਹੀਂ ਪੜ ਸਕਦਾ। ਇਹਦੇ ਨਾਲੋਂ ਮਰ ਜਾਣਾ ਚੰਗਾ ਹੈ ਗੁਲਾਮੀ ਦੇ ਜੀਵਨ ਨਾਲੋਂ। ਗੁਲਾਮ ਆਦਮੀ ਨੂੰ ਬਹੁਤ ਦੁਖੀ ਮੰਨਿਆ ਹੈ। ਤਾਂ ਹੀ ਬਾਬੇ ਫਰੀਦ ਨੇ ਕਿਹਾ ਸੀ ਨਾ, ਫਰੀਦਾ ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ। ਇਹ ਮੇਰੇ ਸਾਈਂ ਹੈ, ਮੇਰੇ ਵਾਹਿਗੁਰੂ, ਪੁਰਾਣੇ ਦਰਵਾਜ਼ਿਆਂ ਤੇ ਫਿਰਨਾ ਨਾ ਮੈਨੂੰ ਦੇ। ਜੇ ਤੂੰ ਐਵੇਂ ਰੱਖਸੀ ਤਾਂ ਜੀਓ ਸਰੀਰੋਂ ਲੈ, ਇਹਦੋਂ ਤਾਂ ਮੈਨੂੰ ਮਾਰ ਦੇ ਤਾਂ ਚੰਗਾ ਹੈ, ਪਰ ਕਿਸੇ ਦੇ ਦਰਵਾਜ਼ੇ ਤੇ ਮੈਨੂੰ ਮੰਗਣ ਨਾ ਭੇਜੀ, ਕਿਉਂਕਿ ਸਾਧੂ ਬੇਪਰਵਾਹ ਹੁੰਦਾ ਹੈ। ਮੰਗਣ ਨਾ ਭੇਜੀ, ਮਰ ਜਾਣਾ ਚੰਗਾ। ਬਲੀ ਰਾਮ ਕਤਰਕ ਖਾ ਗਿਆ, ਹੌਲੀ ਹੌਲੀ ਪਿੱਛੇ ਖਿਸਕ ਆਇਆ। ਨਾ ਤੇ ਬਾਦਸ਼ਾਹ ਨੇ ਦੇਖਿਆ ਤੇ ਨਾ ਬੈਠਣ ਦਾ ਹੁਕਮ ਕੀਤਾ। ਮਨ ਨੇ ਕਤਰਕ ਖਾਦੀ ਮਨਾ, ਐ ਤਾਂ ਕਿਤੇ ਖੂਹ ਖਾਤੇ 'ਚ ਡੁੱਬ ਕੇ ਮਰ ਜਾ, ਰੋਟੀ ਦੇ ਪਿੱਛੇ ਹੀ ਖੜਾ ਨਾ, ਗੁਲਾਮ ਬਣਿਆ। ਗੁਲਾਮੀ ਦਾ ਜੀਵਨ ਕਾਹਦਾ ਹੈ? ਨਰਕ ਵਰਗਾ ਜੀਵਨ ਹੈ। ਗੁਲਾਮ ਆਦਮੀ ਚਾਹੇ ਬਾਦਸ਼ਾਹ, ਉਹ ਜਿਉਂਦਾ ਹੀ ਨਰਕਾਂ ਵਿੱਚ। ਮਨ ਦੇ ਵਿੱਚ ਕੁਤਰਕ ਹੋਈ, ਬੜਾ ਹੀ ਦੁਖੀ ਹੋਇਆ।
ਹੌਲੀ ਹੌਲੀ ਵਾਪਸ ਮੁੜਿਆ। ਪਿੱਛੇ ਮੁੜਿਆ, ਬਾਦਸ਼ਾਹ ਨੇ ਵੀ ਨਹੀਂ ਦੇਖਿਆ ਤੇ ਨਾ ਕਿਹਾ ਕੀ ਗੱਲ ਕਿਉਂ ਮੁੜਦਾ। ਆ ਗਿਆ, ਦਰਵਾਜ਼ਾ ਖੋਲਤਾ ਕਰਦਾ। ਗਰੀਬਾਂ ਦੇ ਮਹੱਲੇ ਵਿੱਚ ਢੰਡੋਰਾ ਫੜਾਤਾ। ਵਜ਼ੀਰ ਦਾ ਘਰ ਖੁੱਲਾ, ਜਿਹਦੀ ਕਿਸੇ ਦੀ ਇੱਛਾ ਲੁੱਟ ਲੋ। ਆ ਗਏ ਫਿਰ ਗਰੀਬ ਆਦਮੀ, ਕੋਈ ਕੁਰਸੀ ਖਿੱਚੀ ਜਾਂਦਾ, ਕੋਈ ਹੋਰ ਜਿਹੜੀ ਕਿਸੇ ਹੱਥ ਚੀਜ਼ ਲੱਗੀ ਖਿੱਚੀ ਜਾਂਦੇ ਹਨ। ਲੁਟਾ ਕੇ ਸਾਰਾ ਘਰ ਬਲੀ ਰਾਮ ਜਮਨਾ ਦੇ ਕਿਨਾਰੇ ਬਰੇਤੀ ਵਿੱਚ ਜਾ ਬੈਠਾ। ਬੇਪਰਵਾਹ ਹੋ ਗਿਆ ਨਾ, ਹੁਣ ਬਰੇਤੀ ਵਿੱਚ ਜਾ ਬੈਠਾ। ਤੇ ਦੂਸਰੇ ਦਿਨ ਜਦੋਂ ਬਲੀ ਰਾਮ ਨਾ ਆਇਆ, ਬਾਦਸ਼ਾਹ ਕਹਿਣ ਲੱਗਾ ਕੀ ਗੱਲ ਹੈ, ਬਲੀ ਰਾਮ ਨਹੀਂ ਆਇਆ? ਕਹਿਣ ਲੱਗੇ ਮਹਾਰਾਜ ਬਲੀ ਰਾਮ ਨੇ ਕਿਉਂ, ਤਾਂ ਖੇੜੀ ਹੋਰ ਵਰਤ ਗਈ। ਉਹ ਤਾਂ ਘਰ-ਬਾਰ ਲਟਾ ਕੇ ਬਰੇਤੀ ਵਿੱਚ ਜਾ ਬੈਠਾ ਜਮਨਾ ਦੇ ਕਿਨਾਰੇ, ਬੇਪਰਵਾਹ। ਕੱਪੜੇ ਵੀ ਲਾਤੇ ਉਸਨੇ, ਬੜਾ ਹੀ ਪਛਤਾਵਾ ਕੀਤਾ ਹੈ। ਇਹੋ ਜਿਹਾ ਬਲੀ ਰਾਮ ਵਰਗਾ ਤਾਂ ਵਜ਼ੀਰ ਹੀ ਨਹੀਂ ਮਿਲਣਾ। ਇਹ ਕੀ ਕੰਮ ਕੀਤਾ ਉਸਨੇ? ਜਾ ਬੁਲਾ ਕੇ ਲਿਆ ਉਸਨੂੰ। ਗਏ ਸਿਪਾਹੀ ਬੁਲਾਉਣ ਵਾਸਤੇ, ਕਹਿਣ ਲੱਗੇ ਵਜ਼ੀਰ ਸਾਹਿਬ ਬਲੀ ਰਾਮ ਕੀ ਗੱਲ ਆ, ਤੂੰ ਇਸ ਤਰ੍ਹਾਂ ਕਿਉਂ ਆ ਕੇ ਬੈਠ ਗਿਆ? ਚੱਲ ਬਾਦਸ਼ਾਹ ਤੈਨੂੰ ਯਾਦ ਕਰਦਾ। ਬਲੀ ਰਾਮ ਹੁਣ ਬੇਪਰਵਾਹ ਹੋ ਗਿਆ, ਕਿਉਂਕਿ ਖਾ ਛੱਡਤੀ, ਚਾਹ ਗਈ ਚਿੰਤਾ ਮਿੱਟੀ, ਮਨੂਆ ਬੇਪਰਵਾਹ। ਜਿਸ ਕੋ ਕਛੂ ਨਾ ਚਾਹੀਏ ਸੋਈ ਸ਼ਹਿਨशाह। ਬਲੀ ਰਾਮ ਬੇਪਰਵਾਹ ਹੋ ਜਾਂਦਾ। 2 ਵਾਰ 3 ਵਾਰ ਸਿਪਾਹੀ ਭੇਜੇ, ਬਲੀ ਰਾਮ ਨੇ ਜਵਾਬ ਦਿੱਤਾ। ਕਹਿਣ ਲੱਗਾ ਨਹੀਂ, ਜਦੋਂ ਵਜ਼ੀਰ ਸੀ ਜਾਂਦੇ ਸੀ, ਹੁਣ ਨਹੀਂ ਵਜ਼ੀਰ ਉਹਦੇ, ਹੁਣ ਕਿਸੇ ਹੋਰ ਬਾਦਸ਼ਾਹ ਦੇ ਵਜ਼ੀਰ ਆ। ਮੁੜੇ ਆਏ ਤੇ ਬਾਦਸ਼ਾਹ ਨੂੰ ਪਛਤਾਵਾ ਕਰਦਾ, ਦੱਸਿਆ ਕੱਲ ਦੀ ਕਰਤੂਤ। ਉਹ ਆ ਕੇ ਖੜਾ ਰਿਹਾ, ਤੁਸੀਂ ਦੇਖਿਆ ਨਹੀਂ ਉਹਦੇ ਵੱਲ। ਪੈਰ ਤੇ ਡੰਗ ਮਾਰਿਆ, ਜਾਨਵਰ ਜ਼ਹਿਰੀਲੇ ਨੇ। ਦੁਖੀ ਹੋਇਆ, ਪਿੱਛੇ ਮੁੜ ਗਿਆ, ਜਾ ਕੇ ਘਰ ਲੁਟਾਤਾ। ਕੱਪੜੇ ਉਤਾਰ ਕੇ ਫਕੀਰ ਸਾਧੂ ਜਾ ਬਣਿਆ। ਉਹਦਾ ਹੈਰਾਨ ਹੋ ਗਿਆ, ਕਹਿਣ ਲੱਗਾ ਇਹੋ ਜਿਹਾ ਤਾਂ ਵਜ਼ੀਰ ਮਿਲਣਾ ਨਹੀਂ। ਚਲੋ ਕਹਿਣ ਲੱਗਾ ਜੇ ਉਹ ਨਹੀਂ ਉਹਦਾ ਮੈਂ ਜਾਣਾ ਲੈਣ ਵਾਸਤੇ। ਦੇਖੋ ਹੁਣ ਬੇਪਰਵਾਹ, ਥੋੜਾ ਜਿਹਾ ਬੇਪਰਵਾਹ ਹੋਇਆ, ਕਿਥੇ ਤਾਂ ਬੈਠਣ ਦਾ ਹੁਕਮ ਨਹੀਂ, ਹੁਣ ਬਾਦਸ਼ਾਹ ਆਪ ਲੈਣ ਵਾਸਤੇ। ਕਹਿਣ ਲੱਗਾ ਚਲੋ ਮੈਂ ਨਾਲ ਚੱਲਦਾ। ਚਲੇ ਗਿਆ ਤੇ ਪਹਿਲੇ ਤਾਂ ਬੈਠਾ ਸੀ ਬਲੀ ਰਾਮ। ਜਦ ਦੇਖਿਆ ਨਾ ਬਾਦਸ਼ਾਹ ਆਇਆ, ਫਿਰ ਲੰਮਾ ਪੈ ਗਿਆ, ਸਫਾਲੀ ਪੈਰ ਲੰਮੇ ਕਰਕੇ ਤੇ ਜਾ ਕੇ ਖੜਾ ਹੋ ਗਿਆ। ਬਾਦਸ਼ਾਹ ਜਹਾਂਗੀਰ ਕਹਿਣ ਲੱਗਾ ਬਲੀ ਰਾਮ ਆ ਪਾਏ ਪਸਾਰੇ ਕੱਬ ਕੇ। ਪਹਿਲੇ ਤਾਂ ਬੋਲਿਆ ਹੀ ਨਹੀਂ, ਬੇਪਰਵਾਹ ਹੋ ਜਾਂਦਾ ਨਾ। ਤਾਂ ਹੀ ਦੱਸਿਆ ਹੈ, ਨਹੀਂ ਉੱਠ ਕੇ ਕਿਸੇ ਸਲਾਮ ਕਰਦੇ ਜਾਣੋ, ਤਖਤ ਹੀ ਵਕਤ ਗੁਜ਼ਰ ਜਾਂਦਾ। ਆਸਣ ਹੋਣ ਦਾ ਜੰਡ ਕਰੀਰ ਥੱਲੇ, ਨਹੀਂ ਉੱਠ ਕੇ ਕਿਸੇ ਸਲਾਮ ਕਰਦੇ, ਭਾਵੇਂ ਲੰਘ ਜਾਵੇ ਜਹਾਂਗੀਰ ਕੋਲੇ। ਜਹਾਂਗੀਰ ਵਰਗੇ ਬਾਦਸ਼ਾਹ ਕੋਲ ਦੀ ਲੰਘ ਜਾਣ, ਪਰਵਾਹ ਨਹੀਂ ਕਰਦੇ ਜਿਹੜੇ ਇੱਕ ਦੇ ਨਾਲ ਜੁੜ ਜਾਂਦੇ ਹਨ। ਬਾਦਸ਼ਾਹ ਨੂੰ ਬਣਾਉਣ ਵਾਲੇ ਬਾਦਸ਼ਾਹ ਦੇ ਨਾਲ ਜਿਹੜੇ ਜੁੜ ਜਾਂਦੇ ਹਨ। ਬਲੀ ਰਾਮ ਪਿਆ ਪੈਰ ਪਸਾਰੀ, ਪਤਾ ਹੀ ਨਹੀਂ ਕੌਣ ਬਾਦਸ਼ਾਹ ਆ ਕਿੱਥੇ। ਤਾਂ ਦੇਖੋ ਖੇੜ ਆਇਆ ਹੋਈ ਹੈ ਨਾ, ਜਦੋਂ ਆਦਮੀ ਨਿਰਵਾਸ਼ ਨਾ ਹੁੰਦਾ। ਫੇਰ ਪੁੱਛਦਾ ਬਲੀ ਰਾਮ ਪਾਏ ਪਸਾਰੇ ਕੱਬ ਕੇ। ਤੇ ਬਲੀ ਰਾਮ ਮਸਤੀ ਵਿੱਚ ਬੋਲਿਆ, ਕਹਿਣ ਲੱਗਾ ਹੱਥ ਸੰਕੋਚੇ ਜਬ ਕੇ। ਜਾਂ ਤੇਰੇ ਵੱਲੋਂ ਹੱਥ ਸੰਕੋਚ ਲੈ ਬਾਦਸ਼ਾਹ ਬਣ ਗਏ। ਕਿੱਥੇ ਤਾਂ ਮੈਨੂੰ ਹੁਕਮ ਤੋਂ ਬਿਨਾਂ ਬੈਠਣ ਦਾ ਹੁਕਮ ਨਹੀਂ, ਅੱਜ ਤੂੰ ਮੇਰੇ ਪੈਰਾਂ ਵੱਲ ਆ ਕੇ ਖੜਾ। ਇਹ ਬਾਦਸ਼ਾਹੀ ਬੇਪਰਵਾਹੀ ਦੀ ਨਿਸ਼ਾਨੀ ਆ। ਜਦ ਆਦਮੀ ਬੇਪਰਵਾਹ ਹੋ ਜਾਂਦਾ, ਚਾਹ ਗਈ ਚਿੰਤਾ ਮਿੱਟੀ, ਮਨੂਆ ਬੇਪਰਵਾਹ। ਜਿਸ ਕੋ ਕਛੂ ਨਾ ਚਾਹੀਏ ਸੋਈ ਸ਼ਹਿਨशाह। ਉਹ ਬਾਦਸ਼ਾਹ ਦਾ ਬਾਦਸ਼ਾਹ ਹਨ, ਇੱਕ ਵਾਹਿਗੁਰੂ ਵਿੱਚ ਜੁੜਿਆ ਹੋਇਆ, ਜਿਹਦੇ ਮਨ ਵਿੱਚ ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ। ਇੱਕ ਪਰਮਾਤਮਾ ਦੇ ਮਨ ਦੇ ਵਿੱਚ ਇੱਛਾ ਹੈ। ਅਖੀਰ ਇੱਛਾ ਵਾਹਿਗੁਰੂ ਦੀ ਵੀ ਹਟ ਜਾਂਦੀ ਆ। ਤਰਕ ਦੁਨੀਆ, ਤਰਕ ਕੁਬਾ, ਤਰਕ ਮੌਲਾ। ਪਹਿਲੇ ਦੁਨੀਆ ਦੀ ਇੱਕ ਤਰਕ, ਦੁਨੀਆ ਨੂੰ ਤਿਆਗ ਦੇਣਾ, ਫਿਰ ਸਵਰਗ ਦੀ ਇੱਛਾ ਦਾ ਤਿਆਗ, ਤੀਜੀ ਰੱਬ ਦੀ ਇੱਛਾ ਵੀ ਤਿਆਗ ਦੇਣੀ। ਰੱਬ ਦੇ ਮਿਲਣ ਦੀ ਇੱਛਾ ਨਹੀਂ, ਰੱਬ ਉਹਨਾਂ ਦੇ ਕੋਲੋਂ ਡਰਦਾ। ਹੋਰ ਬਾਦਸ਼ਾਹਾਂ ਦੇ ਕੀ ਗਿਣਤੀ ਹੈ, ਉਹਨਾਂ ਦੀ ਬਾਤ ਬਾਦਸ਼ਾਹ ਦੱਸਦੇ ਹਨ। ਅਸਲੀ ਉਹ ਬਾਦਸ਼ਾਹ ਵਿਸਰੇ ਨਾ ਨਾਮ ਜਨਾਉ, ਅਸਲੀ ਉਹ ਬਾਦਸ਼ਾਹ
ਜਿਨ੍ਹਾਂ ਨੂੰ ਰੱਬ ਦਾ ਨਾਮ ਜੁੜ ਜਾਂਦੇ ਹਨ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ।
ਜਿਨ੍ਹਾਂ ਨੂੰ ਪ੍ਰਮਾਤਮਾ ਆਪਣੀ ਸਿਫਤ ਸਲਾਹ ਵਡਿਆਈ ਕਰਨੀ ਬਖਸ਼ਦਾ ਹੈ, ਉਹ ਬਾਦਸ਼ਾਹਾਂ ਦੇ ਬਾਦਸ਼ਾਹ ਬਣ ਜਾਂਦੇ ਹਨ। ਦੁਨੀਆ ਦੇ ਬਾਦਸ਼ਾਹ ਲੰਮੇ ਪੈ ਬੈ ਨਡੌਤਾਂ ਕਰਦੇ ਹਨ, ਟਾਈਮ ਮੰਗਦੇ ਹਨ, ਪਰ ਹੁਕਮ ਦਾ ਟਾਈਮ ਨਹੀਂ। ਪੰਜਾਬ ਦੇ ਜਿੰਨੇ ਮਿਨਿਸਟਰ ਬਣੇ ਸਭ ਰਾੜੇ ਸਾਹਿਬ ਵਾਲੇ ਮਹਾਂਪੁਰਖਾਂ ਦੇ ਭੂਰੇ ਮੂਰੇ ਘੰਟਾ ਘੰਟਾ ਬੱਧੀ ਖੜੇ ਰਹਿੰਦੇ, ਆਵਾਜ਼ ਆਉਂਦੀ, ਟਾਈਮ ਨਹੀਂ। ਟਾਈਮ ਤੇ ਬੋਲੇ ਸੋ ਨਿਹਾਲ। ਉਹ ਹੈਰਾਨ ਸਨ ਵੀ ਦੁਨੀਆ ਦੇ ਸੰਤ ਤਾਂ ਸਾਡੇ ਕੋਠੀਆਂ ਮੂਹਰੇ ਜਾ ਕੇ ਹੱਥ ਜੋੜੀ ਖੜੇ ਆ, ਸਾਨੂੰ ਟਾਈਮ ਨਹੀਂ ਹੁੰਦਾ। ਪਰ ਇੱਕ ਇਹ ਸੰਤ ਆ ਜਿਹੜਾ ਕਹਿੰਦਾ ਸਾਨੂੰ ਟਾਈਮ ਨਹੀਂ ਵਜ਼ੀਰਾਂ ਨੂੰ ਮਿਲਦਾ। ਕਿਉਂ? ਬੇਪਰਵਾਹ ਸੀ, ਇੱਕ ਨਾਲ ਜੁੜੇ। ਜਦੋਂ ਇੱਛਾ ਹੀ ਨਹੀਂ, ਲੋੜ ਕੀ ਆ? ਵਜ਼ੀਰਾਂ ਦੇ ਆਲੇ ਦੁਆਲੇ ਉਹ ਫਿਰਦੇ ਹਨ, ਜਾਂ ਗੁਨਾਹੀ ਫਿਰਦੇ ਹਨ, ਜਾਂ ਸਵਾਲੀ ਫਿਰਦੇ ਹਨ। ਜਿਹੜਾ ਨਿਰਭੈ ਹੈ, ਬੇਪਰਵਾਹ ਹੈ, ਉਹਨੂੰ ਲੋੜ ਨਹੀਂ ਹੁੰਦੀ। ਮਹਾਂਪੁਰਖਾਂ ਦੇ ਚੰਡੀਗੜ੍ਹ ਦੀਵਾਨ, ਜਿਨ੍ਹਾਂ ਸਮਿਆਂ ਦੇ ਵਿੱਚ ਕੈਰੋਂ ਵਰਗਾ ਪ੍ਰਤਾਪ ਸਿੰਘ ਪੰਜਾਬ ਦਾ ਮੁੱਖ ਮੰਤਰੀ ਸੀ, ਸਾਰੇ ਅਜੇ ਤੱਕ ਇਹੋ ਜਿਹਾ ਕੋਈ ਮੁੱਖ ਮੰਤਰੀ ਨਹੀਂ ਬਣਿਆ ਪੰਜਾਬ ਨੂੰ। ਕੋਈ ਕੁਸਕਣ ਨਹੀਂ ਦਿੱਤਾ ਉਸਨੇ ਆਪਣੇ ਟਾਈਮ, ਇਹੋ ਜਿਹਾ ਕਰੜਾ ਜੱਟ ਸੀ। ਤੇ ਬੜੇ ਬੜੇ ਸੰਤਾਂ ਦੇ ਡੇਰਿਆਂ ਵਿੱਚ ਜਾਂਦਾ, ਸੰਤ ਹਾਰ ਲੈ ਕੇ ਖੜੇ ਹੁੰਦੇ ਉਹਦੇ ਗਲ 'ਚ ਪਾਉਣ ਨੂੰ ਪ੍ਰਤਾਪ ਸਿੰਘ। ਇੱਥੇ ਰਾਏਪੁਰ ਦਾ ਇੱਕ ਬੜਾ ਉਹਦਾ ਨੇੜੇ ਸੀਗਾ, ਤੇ ਸੰਤ ਮਹਾਰਾਜ ਦਾ ਵੀ ਚਰਨਾ ਚਾਉਣ ਵਾਲਾ ਸੀ, ਗੁਰਮੁਖ ਸੀ। ਉਹਨੇ ਪ੍ਰਤਾਪ ਸਿੰਘ ਕੋਲੇ ਗੱਲਬਾਤ ਕੀਤੀ ਸੰਤਾਂ ਦੀ, ਰਾੜੇ ਸਾਹਿਬ ਵਾਲਿਆਂ ਦੀ, ਵੀ ਇਹੋ ਜਿਹੇ ਮਹਾਂਪੁਰਖਾਂ ਸਾਡੇ ਗੁਰਸਿੱਖ ਪੰਥ ਵਿੱਚ ਬੜੇ ਬੇਪਰਵਾਹ ਸਾਧੂ। ਕਹਿਣ ਲੱਗਾ ਫਿਰ ਦਰਸ਼ਨ ਕਰਾ। ਤੇ ਕਈ ਵਾਰ ਸੰਤ ਮਹਾਰਾਜ ਨੇ ਜਦੋਂ ਬੇਨਤੀ ਕਰਨੀ, ਕਹਿਣ ਲੱਗੇ ਭਲਿਆ ਇਹਨੂੰ ਮਿਲਦਾ ਫਾਇਦਾ ਨਹੀਂਗਾ, ਵਜ਼ੀਰਾਂ ਨੂੰ ਮਿਲਦਾ, ਇਹਨਾਂ ਦੇ ਮਿਲਣ ਦੇ ਵਿੱਚ ਘਾਟਾ ਹੀ ਆ, ਨਹੀਂ ਮਿਲੇ। ਸਰਦਾਰ ਮੋਹਨ ਸਿੰਘ ਇਹਨੂੰ ਟਿਕਟ ਦਿੱਤਾ ਨਹਿਰੂ ਨੇ MP ਦਾ, ਤੇ ਸੰਤ ਮਹਾਰਾਜ ਕੋਲੇ ਆਇਆ, ਕਹਿਣ ਲੱਗਾ ਮਹਾਰਾਜ ਮੈਨੂੰ ਟਿਕਟ ਦਿੱਤਾ MP ਦਾ। ਕਹਿੰਦੇ ਮੁੜ ਕੇ ਭਲਾ ਮਾਨਸ ਬਣ ਕੇ ਕਹਿੰਦੇ ਅੱਜ ਤੇਰੇ ਸਾਰੀ ਦੁਨੀਆ ਵਡਿਆਈ ਕਰਦੀ ਹੈ, ਕੱਲ ਨੂੰ ਤੈਨੂੰ ਆ ਕੁਝ ਚਾਰ ਗਾਲਾਂ ਕੱਢਣਗੇ, ਚਾਰ ਤੇਰੀ ਵਡਿਆਈ ਕਰਨਗੇ। ਜਿਹਦਾ ਕੋਈ ਕੰਮ ਕਰ ਦੇਗਾ ਉਹ ਤੇਰੀ ਵਡਿਆਈ ਕਰੂ, ਦੂਜੇ ਤੇਰੇ ਜੁੱਤੀਆਂ ਮਾਰਨਗੇ। ਮੁੜ ਕੇ ਕਹਿੰਦੇ ਤੂੰ ਤਾਂ ਹੀ ਬਾਦਸ਼ਾਹ। ਟਿਕਟ ਮੋੜਨ ਚਲੇ ਗਿਆ। ਕਹਿਣ ਲੱਗਾ ਲਓ ਪੰਡਿਤ ਜੀ ਟਿਕਟ ਲਓ। ਕਹਿਣ ਲੱਗਾ ਕਿਉਂ? ਕਹਿਣ ਲੱਗਾ ਮੇਰੇ ਗੁਰੂ ਦਾ ਹੁਕਮ ਨਹੀਂ। ਕਹਿਣ ਲੱਗਾ ਭਲਿਆ ਲੋਕ ਤਾਂ ਲੱਖਾਂ ਰੁਪਏ ਸਾਡੇ ਪਿੱਛੇ ਲਈ ਫਿਰਦੇ ਟਿਕਟਾਂ ਵਾਸਤੇ, ਤੂੰ ਮੋੜਦਾ। ਕਹਿਣ ਲੱਗਾ ਮੇਰੇ ਗੁਰੂ ਦਾ ਹੁਕਮ ਨਹੀਂ। ਕਹਿਣ ਲੱਗਾ ਇਹੋ ਜਿਹਾ ਤੇਰਾ ਕਿਹੜਾ ਗੁਰੂ ਆ? ਕਹਿਣ ਲੱਗਾ ਹੈ, ਮੈਨੂੰ ਵੀ ਕਹਿੰਦਾ ਕਿਤੇ ਦਰਸ਼ਨ ਕਰਾ ਦੇ, ਮਿਲਾ ਦੇ, ਲਿਆ ਉਹਨੂੰ। ਕਹਿਣ ਲੱਗਾ ਇੱਥੇ ਆਉਣ ਵਾਲਾ ਨਹੀਂ ਸੰਤ ਮੇਰਾ ਗੁਰੂ। ਹਾਂ ਕੋਈ ਸ਼ਰਧਾ ਨਾਲ ਜਾਵੇ ਤਾਂ ਉਹ ਵੀ ਟਾਈਮ ਲੈਣਾ ਪੈਂਦਾ, ਤੇਰੇ ਵਰਗੇ ਮਿਨਿਸਟਰ ਨੂੰ ਨਹੀਂ, ਉੱਥੇ ਐ ਨਹੀਂ ਟਾਈਮ ਮਿਲਦਾ। ਤੇ ਬਹੁਤ ਕਈ ਵਾਰ ਕਿਹਾ, ਕਹਿਣ ਲੱਗਾ ਨਾ ਐ ਨਹੀਂ, ਉਹ ਮਿਲਦੇ ਨਾ ਕਿਤੇ ਕੋਠੀਆਂ ਵਿੱਚ ਆਉਂਦੇ ਹਨ। ਇੱਥੇ ਡਾਕਟਰ ਸ਼ਮਸ਼ੇਰ ਸਿੰਘ ਮੋਗੇ ਵਾਲਾ, ਉਹਦੀ ਬੜੀ ਆੜੀ ਇੰਦਰਾ ਗਾਂਧੀ ਨਾਲ, ਤੇ ਉਹਨੇ ਸੰਤ ਮਹਾਰਾਜ ਦੀ ਵਡਿਆਈ ਕੀਤੀ। ਉਹ ਵੀ ਕਿਹਾ ਕਰੇ ਮੈਨੂੰ ਸੰਤਾਂ ਦੇ ਦਰਸ਼ਨ ਕਰਾ। ਤੇ ਸੰਤ ਮਹਾਰਾਜ ਦੇ ਦੀਵਾਨ ਲੱਗਦੇ ਹੁੰਦੇ ਦਿੱਲੀ ਬੰਗਲਾ ਸਾਹਿਬ ਗੁਰਦੁਆਰੇ ਦੇ ਮੂਹਰੇ। ਕਹਿਣ ਲੱਗੇ ਮੈਂ ਤੇਰੇ ਸੰਤਾਂ ਦਾ ਕੀਰਤਨ ਸੁਣਨਾ। ਇਹ ਉਹਨੂੰ ਡਾਕਟਰ ਨੂੰ ਕਹਿਣ ਲੱਗੀ ਸ਼ਮਸ਼ੇਰ ਸਿੰਘ ਵੀ ਮੈਨੂੰ ਦੀਵਾਨ ਵਿੱਚ ਲੈ ਕੇ ਚੱਲ। ਤੇ ਉਹਨੂੰ ਚਾਅ ਚੜ ਗਿਆ ਵੀ ਇੰਦਰਾ ਗਾਂਧੀ ਆਊਗੀ ਦੀਵਾਨ ਦੇ ਵਿੱਚ, ਕਿੱਡੀ ਵੱਡੀ ਵਡਿਆਈ ਹੋਊਗੀ। ਤੇ ਸੰਤ ਮਹਾਰਾਜ ਨੂੰ ਆ ਕੇ ਕਹਿਣ ਲੱਗਾ ਮਹਾਰਾਜ ਇੰਦਰਾ ਗਾਂਧੀ ਟਾਈਮ ਮੰਗਦੀ ਹੈ ਦੀਵਾਨ ਚ ਆਉਣ ਵਾਸਤੇ, ਵੀ ਮੈਂ ਤੇਰੇ ਗੁਰੂ ਦਾ ਕੀਰਤਨ ਸੁਣਨਾ। ਮਹਾਰਾਜ ਕਹਿਣ ਲੱਗੇ ਚੰਗਾ ਵੀ ਇੰਦਰਾ ਦਾ ਦੀਵਾਨ ਲੱਗੂ, ਮੈਂ ਤਾਂ ਨਹੀਂ ਆਉਣਾ। ਹਲਿਆ ਜੇ ਇੰਦਰਾ ਆ ਗਈ ਤਾਂ ਲੋਕ ਕਹਿਣਗੇ ਤਾਂ ਕਾਂਗਰਸ ਦਾ ਸੰਤ ਆ ਗੱਲ ਆਉਣੀ। ਅੱਜ ਤੋਂ 30 ਸਾਲ ਦੀ ਗੱਲ ਹੈ, ਜਦੋਂ ਆ ਕੋਈ ਰੌਲੇ ਨਹੀਂ ਸੀ, ਕਿਤਨੀ ਲੰਮੀ ਆਉਣ ਵਾਲੇ ਸਮੇਂ ਦੀ ਗੱਲ ਸੋਚਦੇ ਹੁੰਦੇ ਸੀ, ਜਿੱਥੇ ਲੋਕ ਉਹਨਾਂ ਸਮੇਂ ਵਿੱਚ ਇੰਦਰਾ ਗਾਂਧੀ ਦੇ ਦਰਵਾਜ਼ੇ ਮੂਹਰੇ ਜਾ ਕੇ ਬੈਠੇ ਰਹਿੰਦੇ ਸੰਤ ਟਾਈਮ ਲੈਣ ਵਾਸਤੇ। ਇੰਦਰਾ ਬੀਬੀ ਕਹਿੰਦੀ ਟਾਈਮ ਨਹੀਂ, ਤੇ ਉਹ ਟਾਈਮ ਮੰਗੇ ਸੰਤਾਂ ਦਾ ਕੀਰਤਨ ਸੁਣਨਾ। ਉਹ ਕਹਿੰਦੇ ਨਹੀਂ ਸਾਡੇ ਵਾਸਤੇ ਟਾਈਮ ਨਹੀਂ। ਕਈ ਵਾਰ ਕਹਿਣ ਲੱਗੇ ਕੋਠੀ ਜਾ ਕੇ ਦਰਸ਼ਨ ਕਰ ਲੈਣਾ। ਕਹਿਣ ਲੱਗੇ ਸਾਨੂੰ ਨਾ ਮਿਲਾਂ ਵਜ਼ੀਰਾਂ ਨੂੰ। ਚਰਨਜੀਤ ਸਿੰਘ ਬੜਾ ਨੇੜੇ ਸੀ ਇੰਦਰਾ ਗਾਂਧੀ ਦੇ, ਆਪਣੇ ਪੁੱਤ ਬਣਾਇਆ ਹੋਇਆ ਸੀ। ਤੇ ਕਈ ਵਾਰ ਕਹਿਣ ਲੱਗਾ ਮਹਾਰਾਜ ਇੱਥੇ ਕੋਠੀ ਦਰਸ਼ਨ ਕਰ ਲਵੇ ਹਜ਼ੂਰ ਦੇ। ਕਹਿਣ ਲੱਗੇ ਨਾ, ਇਹਨਾਂ ਲੋਕਾਂ ਨੂੰ ਮਿਲ ਤੇ ਸਾਡੇ ਜਿਹੜਾ ਪ੍ਰਚਾਰ ਇਹਦੇ ਵਿੱਚ ਘਾਟਾ ਪੈਂਦਾ, ਹੋਰ ਦੀ ਗੱਲ ਹੋਰ ਹੁੰਦੀ ਆ। ਇਹੋ ਜਿਹੇ ਮਹਾਂਪੁਰਖ ਬੇਪਰਵਾਹੀ ਇਹਨਾਂ ਵਜ਼ੀਰਾਂ ਨੂੰ ਕੋਠੀਆਂ ਦੇ ਮੂਹਰੇ ਲੋਕ ਜਾ ਕੇ ਖੜਦੇ ਹਨ, ਟਾਈਮ ਨਹੀਂ ਉਹਨਾਂ ਵਾਸਤੇ। ਪਰ ਇੱਥੇ ਮਹਾਂਪੁਰਖਾਂ ਦੇ ਦਰਵਾਜ਼ਾ ਮੂਹਰੇ ਉਹਨਾਂ ਨੂੰ ਟਾਈਮ ਨਹੀਂ ਹੁੰਦਾ। ਪ੍ਰਤਾਪ ਸਿੰਘ ਕਹਿਣ ਲੱਗਾ ਮੈਨੂੰ ਆਪਣੇ ਮਹਾਂਪੁਰਖਾਂ ਦੇ ਦਰਸ਼ਨ ਕਰਾ। ਚੰਡੀਗੜ੍ਹ ਦੀਵਾਨ ਸੀ। ਕਹਿਣ ਲੱਗਾ ਹੁਣ ਤੇ ਇੱਥੇ ਆਏ ਹੋਏ ਆ,
ਡਾਕਟਰ ਪ੍ਰੀਤਮ ਸਿੰਘ ਅੱਜ ਕੱਲ੍ਹ ਇੰਗਲੈਂਡ ਵਿੱਚ, ਉਹਦੀ ਕੋਠੀ ਮਹਾਂਪੁਰਖਾਂ ਦੀ ਰਿਹਾਇਸ਼। ਸੰਤ ਮਹਾਰਾਜ ਕਹਿਣ ਲੱਗੇ ਚੰਗਾ ਵੀ ਜੇ ਬਹੁਤਾ ਖਿਆਲ ਕਰਦਾ ਤਾਂ ਲਾਇਆ, ਹੁਣ ਤਾਂ ਕੋਈ ਤੋਲੇ ਚੰਡੀਗੜ੍ਹ, ਇੱਥੇ ਉਹਦੀ ਕੋਠੀ ਆ। ਟਾਈਮ ਦੇਤਾ ਮਹਾਂਪੁਰਖਾਂ ਨੇ 9 ਵਜੇ ਦਾ ਦਿਨ ਦਾ, ਤੇ ਜਿਹੜੇ ਕਮਰੇ ਸੰਤ ਮਹਾਰਾਜ ਬੈਠਦੇ ਸੀ ਉਹਦੇ ਵਿੱਚੋਂ ਸਭ ਕੁਰਸੀਆਂ ਬਾਹਰ ਕਢਾਤੀਆਂ। ਇੱਕ ਬੜੀ ਪੁਰਾਣੀ ਟੁੱਟੀ ਹੋਈ ਦਰੀ ਵਿਛਾਤੀ ਹੇਠਾਂ ਪਲੰਗ ਦੇ। ਬੇਪਰਵਾਹ ਸਾਧੂ ਜਦ ਆਇਆ ਪ੍ਰਤਾਪ ਸਿੰਘ, ਆਲੇ ਦੁਆਲੇ ਪੁਲਿਸ ਹੀ ਪੁਲਿਸ, ਤੇ ਨਾਲ 2-4 ਉਹ ਵੀ ਗੁਰਮੁਖ ਨਾਲ, ਇੱਥੇ ਰਾਏਪੁਰ ਦਾ ਸੀਗਾ। ਆ ਕੇ ਮੱਥਾ ਟੇਕ ਕੇ ਇੱਧਰ ਉੱਧਰ ਦੇਖਿਆ ਵੀ ਕੁਰਸੀ ਲੱਗੀ ਹੋਊਗੀ, ਪਰ ਕੁਰਸੀ ਕਿੱਥੇ ਸੀ, ਉਹ ਦਰੀ ਸੀ, ਉਹਦੇ ਤੇ ਬੈਠ ਗਿਆ ਪ੍ਰਤਾਪ ਸਿੰਘ। ਬਚਨ ਵਿਲਾਸ ਕਰਦਾ ਰਿਹਾ ਤੇ ਗੁਰਮਤੇ ਵੀ ਕੀਤੇ, ਹੋਰ ਵੀ ਕੀਤੇ। ਫਿਰ ਜਦੋਂ ਬਾਹਰ ਗਏ, ਉਹ ਨਾਲ ਦੇ ਵੀ ਹੋਰ ਵੀ ਕਹਿਣ ਲੱਗੇ ਸਰਦਾਰ ਜੀ ਇਹ ਕੀ ਗੱਲ ਹੈ, ਤੁਹਾਨੂੰ ਬੈਠਣ ਨੂੰ ਕੁਰਸੀ ਵੀ ਨਹੀਂ ਦਿੱਤੀ ਸੰਤਾਂ ਨੇ। ਕਹਿਣ ਲੱਗਾ ਭਲਿਆ ਇਹੋ ਤਾਂ ਮੈਂ ਲੱਭਦਾ ਫਿਰਦਾ ਸੀ ਵੀ ਜਿੱਥੇ ਵੀ ਮੈਂ ਡੇਰਿਆਂ 'ਚ ਗਿਆ, ਸਾਰੇ ਡੇਰਿਆਂ 'ਚ ਗਿਆ, ਸਾਰੇ ਸੰਤ ਮੇਰੇ ਹਾਰ ਲੈ ਕੇ ਖੜਦੇ ਗਲ 'ਚ ਪਾਉਂਦੇ, ਤੇ ਮੈਂ ਇਹ ਦੇਖਦਾ ਸੀ ਕੋਈ ਇਹੋ ਜਿਹਾ ਵੀ ਸੰਤ ਹੈ ਬੇਪਰਵਾਹ ਜਿਹੜਾ ਮੇਰੀ ਪਰਵਾਹ ਨਾ ਕਰੇ। ਕਹਿਣ ਲੱਗਾ ਇਹ ਸੰਤ ਮਿਲਿਆ, ਮੇਰਾ ਅੱਜ ਹਿਰਦਾ ਖੁਸ਼ ਹੋ ਗਿਆ ਵੀ ਕੋਈ ਮੈਨੂੰ ਹੇਠਾਂ ਬਿਠਾਉਣ ਵਾਲਾ ਵੀ ਮਿਲ ਗਿਆ। ਇਹ ਤਾਂ ਮੈਂ ਤਾਂ ਸਭ ਕੁਰਸੀਆਂ ਲੈ ਕੇ ਖੜਦੇ ਆ ਨਾ ਸਭ, ਇੱਕ ਨੇ ਤਾਂ ਨਿਵਣਾ ਸੀ, ਜਾਂ ਮੈਂ ਸੰਤ ਨਿਵਦਾ ਜਾਂ ਮੈਂ ਨਿਵਦਾ। ਸੰਤ ਭਾਰੀ ਸੀਗਾ, ਮੈਂ ਔਲਾ ਸੀ, ਨਿਵ ਗਿਆ। ਫਿਰ ਉਹ ਰਾੜੇ ਸਾਹਿਬ ਆਇਆ, ਇੱਥੇ ਮਹਾਰਾਜ ਨੇ ਕੁਰਸੀ ਦਿੱਤੀ ਉਹਨੂੰ, ਕਿਉਂਕਿ ਮਹਾਂਪੁਰਖਾਂ ਨੇ ਪਰਖ ਲਿਆ ਸੀ ਠੀਕ ਹੈ, ਇੱਥੇ ਵੀ ਪਰਖਣ ਵਾਸਤੇ ਕੁਰਸੀ ਤੇ। ਕਹਿਣ ਲੱਗੇ ਪ੍ਰਤਾਪ ਸਿੰਘ ਕਹਿ ਰਹੇ ਸਰਦਾਰ ਇੱਥੇ ਬੈਠੋ ਕੁਰਸੀ ਤੇ। ਕਹਿਣ ਲੱਗਾ ਮਹਾਰਾਜ ਉਹ ਤਾਂ ਸਮਾਂ ਨਿਕਲ ਗਿਆ ਹੁਣ ਕੁਰਸੀ ਤੇ ਬੈਠਣ ਵਾਲਾ, ਹੁਣ ਤਾਂ ਚਰਨਾਂ 'ਚ ਥਾਂ ਦਿਓ, ਡੱਲੇ ਵਾਂਗੂ ਪੀੜੀ ਜਿੰਨਾ ਦਿਓ, ਚਰਨਾਂ 'ਚ ਪੀੜੀ ਜਿੰਨਾ ਥਾਂ ਦਿਓ, ਮੇਰਾ ਭਲਾ ਹੋ ਜਾਵੇ। ਤਾਂ ਉਸ ਸਮੇਂ ਸਾਧ ਸੰਗਤ ਫਿਰ ਮਹਾਂਪੁਰਖਾਂ ਤੋਂ ਉਪਦੇਸ਼ ਲਿਆ ਉਸਨੇ। ਕਹਿਣ ਲੱਗਾ ਮਹਾਂਪੁਰਖ ਤਾਂ ਮਿਲੇ, ਪਰ ਮਿਲੇ ਹੀ ਪਿਛਲੀ ਉਮਰ ਵਿੱਚ ਆ, ਹੁਣ ਜ਼ਿੰਦਗੀ ਨੇੜੇ ਆ ਗਈ ਆ। ਤੇ ਇਉਂ ਸਾਧ ਸੰਗਤ ਦਵਲਾਣ ਵੀ ਦਰਸ਼ਨ ਕਰਨ ਵਾਸਤੇ ਗਿਆ। ਉੱਥੇ ਕਹਿਣ ਲੱਗਾ ਮਹਾਰਾਜ ਕੱਲਰ ਦੀ ਧਰਤੀ ਆ, ਕੁਛ ਮੰਗੋ ਮੈਂ ਤੁਹਾਡੇ ਇੱਥੇ ਜਾਇਦਾਦ ਲਾ ਦਾਂ, ਕੋਈ ਹੋਰ ਸਾਧਨ। ਮਹਾਰਾਜ ਕਹਿਣ ਲੱਗੇ ਚੰਗਾ ਆ ਗਰੀਬਾਂ ਦੀਆਂ ਛੱਪਰੀਆਂ, ਇੱਕ ਛੋਟਾ ਜਿਹਾ ਪਿੰਡ ਉੱਥੇ ਛੱਪਰੀ ਸੇਵ ਰਹਿੰਦੀ। ਕਹਿਣ ਲੱਗੇ ਗਰੀਬਾਂ ਵਾਸਤੇ ਨਾਲਾ ਕੱਢ ਦੇ ਜੇ ਤੂੰ ਬਹੁਤਾ ਹੀ ਕਰਨਾ, ਇਹ ਵਿਚਾਰੇ ਸੁਖ ਨਾਲ ਵਸਣ। ਤੇ ਇਹੋ ਜਿਹੇ ਬੇਪਰਵਾਹ ਜਿਹੜੇ ਬਾਦਸ਼ਾਹਾਂ ਦੀ, ਵਜ਼ੀਰਾਂ ਦੀ ਕੋਈ ਪਰਵਾਹ ਨਹੀਂ ਕਰਦੇ, ਕਿਉਂਕਿ ਜਿਹਦਾ ਮੰਗ ਹੋਵੇ ਤਾਂ ਪਰਵਾਹ ਕਰਨ, ਜਦੋਂ ਮੰਗੀ ਕੋਈ ਨਹੀਂ, ਬੇਪਰਵਾਹ ਇੱਕ ਨਾਲ ਜੁੜੇ ਹੋਏ। ਉਹ ਫਿਰ ਇਹੋ ਜਿਹੇ ਬਾਦਸ਼ਾਹਾਂ ਦੀ, ਬੜੇ ਵਜ਼ੀਰਾਂ ਦੀ ਪਰਵਾਹ ਹੀ ਨਹੀਂ ਕਰਦੇ, ਕਿਉਂਕਿ ਇਹਨਾਂ ਦੇ ਮਨ ਦੀ ਇੱਛਾ ਹੁੰਦੀ ਆ। ਇੱਛਾ ਕਰਕੇ ਕੰਗਾਲ ਹੁੰਦੇ ਹਨ, ਜਿਹਦੇ ਮਨ ਵਿੱਚ ਇੱਛਾ ਉਹ ਕੰਗਾਲ ਆ। ਸਾਧੂ ਬੇਪਰਵਾਹ ਹੁੰਦਾ ਹੈ। ਪਾਤਸ਼ਾਹ ਕਹਿੰਦੇ ਜਿਹਨੂੰ ਕਦੇ ਨਾਮ ਨਹੀਂ ਵਿਸਰਦਾ, ਜਿਹਦੇ ਮਨ ਵਿੱਚ ਕੋਈ ਚਿੰਤਾ ਨਹੀਂ, ਇੱਛਾ ਨਹੀਂ, ਉਹ ਬੇਪਰਵਾਹ ਹੋ ਜਾਂਦਾ ਹੈ। ਉਹ ਅਸਲ ਪ੍ਰਮਾਤਮਾ ਦਾ ਹੀ ਰੂਪ ਜਾਣਨਾ ਕਰੋ। ਸਾਈਂ ਵਰਗੇ ਨੇ ਵਿਸਰੇ ਨਾ ਨਾਮ
ਭਗਤ ਭਗਵਾਨ ਦਾ ਰੂਪ ਬਣ ਜਾਂਦਾ ਹੈ। ਗੁਰਸਿੱਖ ਗੁਰੂ ਦਾ ਰੂਪ ਬਣ ਜਾਂਦਾ ਹੈ। ਆਤਮ ਰਾਜੇ ਜਾਨਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਪੇਵ। ਆਤਮ ਰਸਿਆ ਗੁਰਸਿੱਖ ਇੱਕ ਹੈ ਸੰਸਾਰ ਦਾ ਆਨੰਦ, ਇੱਕ ਹੈ ਭਜਨ ਦਾ ਆਨੰਦ, ਇੱਕ ਹੈ ਆਤਮਾ ਦਾ ਆਨੰਦ। ਇਹ ਆਤਮਾ ਦਾ ਆਨੰਦ ਹਰ ਵਕਤ ਰਹਿੰਦਾ ਹੈ। ਭਜਨ ਆਨੰਦ ਕਦੇ ਕਦੇ ਆਉਂਦਾ ਹੈ, ਕਦੇ ਸੁਰਤ ਟੇਗੀ ਕਦੇ ਨਾ ਟਿਕੀ। ਟੇਗੀ ਤਾਂ ਆਨੰਦ ਬਣ ਗਿਆ, ਨਾ ਟਿਕੀ ਤਾਂ ਬਸ ਮਨ ਖੰਡਾ ਚ ਰਹਿੰਦਾ, ਦੁਖੀ ਰਹਿੰਦਾ ਹੈ। ਤੇ ਜਿਹੜਾ ਆਤਮ ਆਨੰਦ ਹੈ ਇਹ ਕਦੇ ਟੁੱਟਦਾ ਹੀ ਨਹੀਂ, ਇਹ ਹਰ ਵਕਤ ਹੀ ਰਸ ਬਣਿਆ ਰਹਿੰਦਾ, ਹਰ ਵਕਤ ਦੀ ਖੁਮਾਰੀ ਹੈ। ਉਸੇ ਨੂੰ ਬਾਬੇ ਨਾਨਕ ਨੇ ਨਾਮ ਖੁਮਾਰੀ ਦੱਸਿਆ ਨਾ। ਬਾਕੀ ਖੁਮਾਰੀਆਂ ਟੁੱਟ ਜਾਂਦੀਆਂ ਹਨ, ਪਰ ਉਹ ਨਾਮ ਦੀ ਖੁਮਾਰੀ, ਆਤਮ ਰਸ ਦੀ ਖੁਮਾਰੀ ਕਦੇ ਟੁੱਟਦੀ ਨਹੀਂ। ਦਿਨ ਰਾਤ ਇੰਨਾ ਖੁਸ਼ੀਆਂ ਦਾ ਕੜ ਫੜਦਾ ਹੈ ਅੰਦਰੋਂ, ਉਹ ਖੁਸ਼ੀ ਕਈ ਵਾਰ ਝੱਲੀ ਵੀ ਨਹੀਂ ਜਾਂਦੀ। ਪਹਿਲੇ ਮਹਾਂਪੁਰਖ ਤਪ ਕਰਵਾਉਂਦੇ ਸਨ, ਸੇਵਾ ਕਰਾਉਂਦੇ, ਉਹ ਆਤਮ ਰਸ ਦੀ ਖੁਸ਼ੀ ਝੱਲਣ ਵਾਸਤੇ ਕਰਾਉਂਦੇ। ਜਰਨ ਸ਼ਕਤੀ, ਅਜਰ ਵਸਤੂ ਨੂੰ ਜਰ ਲੈਣਾ। ਨਹੀਂ ਤਾਂ ਜਿਨ੍ਹਾਂ ਨੂੰ ਇਹ ਵਸਤੂ ਐਵੇਂ ਮਿਲ ਜਾਂਦੀ ਹੈ ਨਾ, ਉਹ ਬੋਲ ਪੈਂਦੇ, ਚੱਲ ਨਹੀਂ ਸਕਦੇ। ਤਾਂ ਹੀ ਸੂਲੀਆਂ ਤੇ ਟੰਗੇ ਗਏ, ਸੂਲੀਆਂ ਤੇ ਚਾੜੇ ਗਏ, ਹੋਰ ਕਈ ਸਜ਼ਾਵਾਂ ਮਿਲੀਆਂ ਉਹਨਾਂ ਨੂੰ। ਜਿਹੜੇ ਬੋਲ ਪਏ ਉਸ ਆਤਮ ਰਸ ਨੂੰ ਜਰ ਨਾ ਸਕੇ, ਤੇ ਬੋਲ ਉੱਠੇ ਜਰ ਨਾ ਸਕੇ। ਇਤਨੀ ਖੁਮਾਰੀ ਆ, ਦਿਲ ਪਾੜਦਾ, ਰੋਂ ਰੋਂ ਖੁਸ਼ੀ ਨਾਲ ਭਰ ਜਾਂਦਾ ਹੈ। ਫਿਰ ਉਹ ਮਹਾਂਪੁਰਖ ਭਾਂਡਾ ਬਣਾਉਂਦੇ ਸੀ ਪਹਿਲੇ ਸੇਵਾ ਕਰਕੇ, ਬੜੀਆਂ ਕਸਵੱਟੀਆਂ ਲਾਉਂਦੇ ਸੇਵਕਾਂ ਨੂੰ, ਬੜੇ ਇਮਤਿਹਾਨ ਦੇ ਪਰਚੇ ਪਾਉਂਦੇ। ਤੇ ਜਿਸ ਸਮੇਂ ਗੁਰਸਿੱਖ ਐ ਕਸਵੱਟੀਆਂ ਵਿੱਚ ਪੂਰਾ ਉਤਰ ਜਾਂਦਾ, ਮਨ ਸਾਫ ਸੁੱਧ ਹੋ ਜਾਂਦਾ, ਤੇ ਫਿਰ ਉਹ ਦੇਖਦੇ ਸੀ ਹੁਣ ਬਰਤਨ ਬਣ ਗਿਆ ਅੰਮ੍ਰਿਤ ਪਾਉਣ ਵਾਸਤੇ। ਸ਼ੇਰਨੀ ਦਾ ਦੁੱਧ ਸੋਨੇ ਦੇ ਬਰਤਨ ਦੇ ਵਿੱਚ ਟਿਕਦਾ, ਹੋਰ ਸਾਰੇ ਭਾਂਡਿਆਂ ਨੂੰ ਪਾੜ ਦਿੰਦਾ। ਇਸੇ ਤਰ੍ਹਾਂ ਜਦੋਂ ਗਿਆਨ ਦਾ ਉਹ ਆਤਮ ਆਨੰਦ ਜਿਹੜਾ ਨਾ ਸੁੱਧ ਹਿਰਦੇ ਵਿੱਚ ਟਿਕਦਾ ਹੈ, ਜਦੋਂ ਮਨ ਬਣ ਜਾਂਦਾ ਹੈ। ਹੁਣ ਜਿਵੇਂ ਗੁਰੂ ਅੰਗਦ ਦੇਵ ਮਹਾਰਾਜ ਦਾ ਪਹਿਲਾਂ ਧੁਰੋਂ ਹੀ ਗੁਰੂ ਸਨ ਬਾਬਾ ਅਮਰਦਾਸ ਜੀ, ਪਰ ਸਾਨੂੰ ਜਾਚ ਸਿਖਾਉਣ ਵਾਸਤੇ ਕਿਵੇਂ ਗੁਰੂਆਂ ਦੀ ਸੇਵਾ ਕਰੀਦੀ ਹੈ, ਕਿਵੇਂ ਆਗਿਆ ਵਿੱਚ ਰਹਿ ਕੇ ਸੇਵਾ ਕਰੀਦੀ, ਮਨ ਮਾਰ ਕੇ ਮੁਰਦੇ ਹੋਣਾ ਪੈਂਦਾ ਹੈ। ਫਿਰ ਜਾ ਕੇ ਉਹ ਆਤਮ ਵਸਤੂ ਟਿਕਦੀ ਆ, ਉਸ ਨੂੰ ਝੱਲਣ ਦੀ ਸ਼ਕਤੀ ਪ੍ਰਾਪਤ ਹੁੰਦੀ ਹੈ। ਨਹੀਂ ਤਾਂ ਜਰਨਾ ਬੜਾ ਔਖਾ ਹੈ। ਮਨੋ ਆਨੰਦ ਦਾ ਹੜ ਆਉਂਦਾ ਅੰਦਰ ਵਾਲਾ ਛਾਲਾ, ਤੇ ਜਿਹਨੂੰ ਆਦਮੀ ਝੱਲ ਨਹੀਂ ਸਕਦਾ ਜੇ ਨਾ ਸੇਵਾ ਭਗਤੀ ਕੀਤੀ ਹੋਵੇ। ਫਿਰ ਬੋਲਣ ਲੱਗ ਜਾਂਦੇ ਆ ਨਾ, ਹੂੰ ਬ੍ਰਹਮਸਮੀ। ਤੇ ਜਿਹੜੇ ਬੋਲ ਪਏ ਉਹਨਾਂ ਨੇ ਵੀ ਦੁੱਖ ਪਾਏ, ਭਾਵੇਂ ਦੁੱਖ ਨਹੀਂ ਹੁੰਦਾ ਉਹਨਾਂ ਨੂੰ, ਸਰੀਰ ਦਾ ਜਿਹੜਾ ਹੈ ਦੁੱਖ ਉਹਨਾਂ ਨੂੰ, ਆਤਮਾ ਨੂੰ ਨਹੀਂ ਹੁੰਦਾ, ਪਰ ਦੁੱਖ ਤਾਂ ਹੈ ਹੀ ਨਾ, ਵਿਖੇਪਤਾ ਤਾਂ ਬਣੀ ਨਾ। ਤਾਂ ਤੇ ਮਹਾਂਪੁਰਖ ਅਜਰ ਵਸਤੂ ਨੂੰ ਜਰ ਲੈਣਾ, ਇਸੇ ਵਾਸਤੇ ਪਹਿਲੇ ਭਾਂਡਾ ਬਣਾਉਂਦੇ ਹਨ। ਸੇਵਾਦਾਰ ਤੋਂ ਬੜੀਆਂ ਕਠਿਨ ਸੇਵਾ ਕਰਵਾਉਂਦੇ ਹਨ, ਘਾਲਣਾ ਕਰਵਾਉਂਦੇ ਹਨ, ਮੁਰਦੇ ਵਾਂਗੂ ਬਣਾਉਂਦੇ ਹਨ। ਜਿਹੜਾ ਮੁਰਦਾ ਬਣੂਗਾ ਤੇ ਉਹ ਆਤਮ ਵਸਤੂ ਨੂੰ ਚੱਲ ਸਕੂਗਾ, ਦੂਜਾ ਜਿਉਂਦਾ ਚੱਲ ਨਹੀਂ ਸਕਦਾ। ਸ਼ਕਤੀ ਦਿਖਾਉਣ ਲੱਗ ਜਾਊਗਾ ਜਾਂ ਲੋਕਾਂ ਨੂੰ ਦੱਸਣ ਲੱਗ ਜਾਊਗਾ। ਅਜਰ ਵਸਤੂ ਨੂੰ ਜਰਨ ਵਾਸਤੇ ਮਹਾਂਪੁਰਖ ਬੜੀ ਮਸਕਤਾਂ ਕਰਾਉਂਦੇ, ਬੜੀਆਂ ਘਾਲਣਾ ਕਰਾਉਂਦੇ, ਤੇ ਗੁਰੂਆਂ ਨੇ ਵੀ ਕਰਕੇ ਦਿਖਾਈਆਂ। ਇਸੇ ਵਸਤੂ ਨੂੰ ਜਰਨ ਵਾਸਤੇ ਮਹਾਂਪੁਰਖ ਵੀ ਕਰਾਉਂਦੇ ਹਨ। ਤਾਂ ਤੇ ਆਓ, ਮਨੁੱਖਾ ਜਨਮ ਬੜਾ ਦੁਰਲੱਭ ਹੈ, ਇਸ ਨੂੰ ਪ੍ਰਾਪਤ ਕਰਕੇ ਜਪਜੀ ਸਾਹਿਬ ਦੀ ਬਾਣੀ ਯਾਦ ਕਰਨੀ, ਇਹ ਗੁਰਸਿੱਖ ਦਾ ਪਰਮ ਧਰਮ ਹੈ। ਗੁਰੂ ਨਾਨਕ ਦਾ ਅਵਤਾਰ ਉਦੋਂ ਹੋਇਆ ਜਦ ਧਰਤੀ ਪੁਕਾਰ ਕਰਦੀ ਸੀ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੇ ਸਹਿ ਸੁਭਾਏ। ਆਵਾਜ਼ ਆਈ ਕਾਹਦਾ ਭਾਰ ਆ ਤੈਨੂੰ, ਧਰਤੀ ਰੋ ਕੇ ਹੱਥ ਜੋੜੀ ਬੇਨਤੀ ਕਰਦੀ, ਮਹਾਰਾਜ ਮੈਨੂੰ ਅਕਿਰਤ ਕਣਾ ਦਾ ਭਾਰ ਆ, ਹੋਰ ਕੋਈ ਮੇਰੇ ਤੇ ਭਾਰ ਨਹੀਂ। ਚੱਲਿਆ ਨਾ ਜਾਵੇ ਭਾਰ, ਚੱਲਿਆ ਨਾ
ਧਰਤੀ ਪੁਕਾਰ ਕਰਦੀ ਹੈ, ਮੇਰੇ ਨਿਰੰਕਾਰ ਮੈਥੋਂ ਪਾਪੀਆਂ ਦਾ ਭਾਰ ਨਹੀਂ ਚੱਲਿਆ ਜਾਂਦਾ, ਜੋ ਕਿਰਤਕਾਣ ਹਨ ਕੀਤੇ ਹੋਏ ਨੂੰ ਭੁਲਾ ਦੇਣ ਵਾਲੇ। ਅਸੀਂ ਸਾਰੇ ਕਿਰਤਕਾਣਾ, ਕਿਉਂਕਿ ਅਸੀਂ ਸਿੱਖੀ ਦੇ ਅਸੂਲਾਂ ਤੋਂ ਭੁੱਲੇ ਹੋਏ ਹਾਂ। ਜਿਹੜਾ ਕਿਸੇ ਦੇ ਅਸੂਲਾਂ ਨੂੰ ਭੁੱਲ ਜਾਵੇ, ਹੁਕਮ ਨੂੰ ਭੁੱਲ ਜਾਵੇ, ਕਿਰਤਕਾਣੀ ਹੁੰਦਾ ਹੈ। ਸਾਡੇ ਤੇ ਗੁਰੂ ਨੇ ਇਤਨੀ ਕਿਰਪਾ ਕੀਤੀ ਹੈ, ਜਿਨ ਕੀ ਜਾਤ ਔਰ ਕੁਲ ਮਾਹੀ, ਸਰਦਾਰੀ ਨੇ ਭਈ ਕਦਾਹੀ, ਤਿਨਹੀ ਕੋ ਸਰਦਾਰ ਬਣਾਉ, ਤਵੇ ਗੋਬਿੰਦ ਸਿੰਘ ਨਾਮ ਕਹਾਂ। ਜਿਨ੍ਹਾਂ ਦੀ ਜਾਤ ਗੋਤ ਵਿੱਚ ਕਦੇ ਸਰਦਾਰੀ ਨਹੀਂ ਸੀ, ਉਹਨਾਂ ਨੂੰ ਅੱਜ ਸਰਦਾਰੀਆਂ ਬਖਸ਼ੀਆਂ ਕਲਗੀਧਰ ਗੁਰਦੇਵ ਪਿਤਾ ਨੇ। ਘਰ ਵਿੱਚ ਕਾਰਾਂ ਹਨ, ਟਰੱਕਾਂ ਹਨ, ਬੱਸਾਂ ਖੜੀਆਂ ਨੇ ਸਰਦਾਰਾਂ ਦੇ, ਪਰ ਘਰ ਦੇ ਵਿੱਚ ਬੋਤਲਾਂ ਉੱਡਦੀਆਂ ਨੇ ਅੰਮ੍ਰਿਤ ਦੀ ਜਗ੍ਹਾ। ਭੁੱਲ ਗਏ ਨਾ ਕਲਗੀਧਰ ਦੇ ਪਰਉਪਕਾਰ ਨੂੰ, ਉਹਨਾਂ ਦੀਆਂ ਦਿੱਤੀਆਂ ਸਰਦਾਰੀਆਂ ਨੂੰ ਭੁੱਲ ਗਏ। ਸਰਦਾਰਾਂ ਦੇ ਮੁੰਡੇ ਰੜ ਕੇ ਦਾੜੀ ਬਣਾਉਂਦੇ ਆ, ਸਿੱਖੀ ਤੋਂ ਹਜ਼ਾਰਾਂ ਕੋ ਦੂਰ ਚਲੇ ਗਏ ਹਾਂ। ਇਹੋ ਹੀ ਕਿਰਤਕਾਣਾਂ ਦਾ ਭਾਰ ਹੈ, ਕੀਤੇ ਨੂੰ ਭੁਲਾ ਦੇਣਾ। ਔਰ ਨਿਰੰਕਾਰ ਨੇ ਮਨੁੱਖਾ ਸੀਰ ਦਿੱਤਾ, ਉਸ ਦੇ ਗੁਣਾਂ ਨੂੰ ਭੁੱਲੇ ਹੋਏ ਹਾਂ। ਗੁਰੂ ਨਾਨਕ ਨੇ ਸੁਣੀ ਪੁਕਾਰ, ਸੁਣੀ ਪੁਕਾਰ ਦਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਕਈ ਕਿਸਮ ਦੇ ਅਵਤਾਰ ਮੰਨੇ ਹਨ, ਅੰਸਾ ਅਵਤਾਰ, ਅਵੇਸਾ ਅਵਤਾਰ, ਨਿਤ ਅਵਤਾਰ, ਨਿਮਿਤ ਅਵਤਾਰ, ਕਾਰਨ ਅਵਤਾਰ। ਰਾਮਚੰਦਰ, ਕ੍ਰਿਸ਼ਨ ਤੇ ਨਰਸਿੰਘ ਇਹ ਸਾਰੇ ਕਾਰਨ ਅਵਤਾਰ ਸਨ, ਕਿਸੇ ਨੂੰ ਕਿਸੇ ਕੰਮ ਵਾਸਤੇ ਆਏ। ਹਰਨਾਕਸ਼ ਨੂੰ ਮਾਰਨ ਵਾਸਤੇ, ਇਸੇ ਤਰ੍ਹਾਂ ਹੀ ਰਾਵਣ ਨੂੰ ਮਾਰਨ ਵਾਸਤੇ, ਜਰਾਸੰਧ ਨੂੰ ਮਾਰਨ ਵਾਸਤੇ, ਕੰਸ ਨੂੰ ਮਾਰਨ ਵਾਸਤੇ ਇਹ ਅਵਤਾਰ ਹੋਏ, ਇੱਕ ਕਿਸੇ ਖਾਸ ਕੰਮ ਵਾਸਤੇ। ਇਹਨਾਂ ਦੇ ਭਗਤ ਨਹੀਂ ਬਹੁਤੇ, 2-2, 4-4 ਭਗਤ ਹਨ। ਤੇ ਇੱਕ ਨਿਤ ਅਵਤਾਰ ਹੁੰਦੇ ਹਨ। ਨਿਤ ਅਵਤਾਰ ਸੰਤਾਂ ਨੂੰ ਮੰਨਿਆ ਮਹਾਂਪੁਰਖਾਂ ਨੂੰ। ਇਹ ਨਿਤ ਅਵਤਾਰਾਂ ਦੇ ਸਿਰ ਤੇ ਹੀ ਧਰਤੀ ਖੜੀ ਹੈ, ਨਹੀਂ ਤਾਂ ਪਾਪਾਂ ਨਾਲ ਗਰਕ ਹੋ ਜਾਵੇ। ਜੇ ਸਾਧੂ ਨਾ ਹੋਣ ਤਾਂ ਦੁਨੀਆ ਸਾਰੀ ਖਤਮ ਹੋ ਜਾਵੇ, ਗਰਕ ਹੋ ਜਾਵੇ। ਕਿਉਂਕਿ ਇਤਨਾ ਦਿਨ ਰਾਤ ਪਾਪ ਹੋ ਰਿਹਾ, ਇਤਨਾ ਪਾਪ ਹੋ ਰਿਹਾ ਦੁਨੀਆ ਤੇ ਦਿਨ ਪ੍ਰਤ ਹੀ। ਇਹ ਉਹਨਾਂ ਧਰਮੀ ਪੁਰਖਾਂ ਦੇ ਆਸਰੇ ਧਰਤੀ ਖੜੀ ਹੈ, ਉਹਨਾਂ ਨੂੰ ਨਿਤ ਅਵਤਾਰ ਮੰਨਿਆ ਹੈ। ਤਾਂ ਉਹ ਵਾਹਿਗੁਰੂ ਅੰਤਰਜਾਮੀ ਨਿਤ ਅਵਤਾਰ ਵੇ ਤਾਂ ਹਮੇਸ਼ਾ ਹੀ ਧਰਤੀ ਤੇ ਰਹਿੰਦਾ। ਉਹਨਾਂ ਨੂੰ ਗੁਰੂਦੇਵ ਜੀ ਇਉਂ ਦੱਸਦੇ ਹਨ, ਸਾਧ ਰੂਪ ਆਪਣਾ ਤਨ ਤਾਰਿਆ, ਮਹਾਗਨ ਤੇ ਆਪ ਉਬਾਰਿਆ। ਵਾਹਿਗੁਰੂ ਅੰਤਰਜਾਮੀ ਸੰਤਾਂ ਦੇ ਰੂਪ ਦੇ ਵਿੱਚ ਨਿਤੀ ਅਵਤਾਰ ਧਾਰ ਕੇ ਧਰਤੀ ਤੇ ਰਹਿੰਦਾ। ਮੇਰੇ ਕਰਤਾਰ ਨੇ ਸੰਤਾਂ ਦਾ ਰੂਪ ਧਾਰਿਆ, ਆਪਣੇ ਕਰਤਾਰ ਨੇ ਸੰਤਾਂ ਦਾ ਰੂਪ ਧਾਰਿਆ। ਰੂਪ ਆਪਣਾ ਧਨ ਤਾਰਿਆ, ਮਹਾਗਨ ਤੇ ਆਪ ਉਬਾਰਿਆ। ਵਾਹਿਗੁਰੂ ਅੰਤਰਜਾਮੀ ਨੇ ਸੰਤਾਂ ਦਾ ਰੂਪ ਧਾਰ ਕੇ ਅੱਗ ਦੇ ਵਿੱਚੋਂ ਦੁਨੀਆ ਨੂੰ ਕੱਢ ਲਿਆ, ਬਚਾ ਲਿਆ, ਨਹੀਂ ਤਾਂ ਦੁਨੀਆ ਅੱਗ ਵਿੱਚ ਸੜਦੀ ਆ। 4 ਨਦੀਆਂ ਚੱਲਦੀਆਂ ਨੇ ਸੰਸਾਰ ਦੇ ਵਿੱਚ, 4 ਨਦੀਆਂ, ਨਦੀ ਤੇ ਕੋਈ ਨਹੀਂ ਮਾਨ।
ਪਰ ਚਾਰ ਨਦੀਆਂ ਅੱਗ ਦੀਆਂ ਚੱਲ ਰਹੀਆਂ ਨੇ, ਹਿੰਸ ਹੇਤ ਲੋਭ ਕੋਭ, ਚਾਰੇ ਨਦੀਆਂ ਅੱਗ। ਪਵੇ ਦੱਜੇ ਨਾਨਕਾ, ਸਾਰੀ ਦੁਨੀਆ ਇਹਦੇ ਵਿੱਚ ਪੈ ਰਹੀ ਹੈ, ਪਰ ਮਹਾਂਪੁਰਖ ਆ ਕੇ ਬਚਾਉਂਦੇ ਇਹਨਾਂ ਤੋਂ, ਇਹਨਾਂ ਅੱਗ ਦੀਆਂ ਨਦੀਆਂ ਤੋਂ, ਨਹੀਂ ਤਾਂ ਸਾਰੀ ਦੁਨੀਆ ਪੈ ਜਾਵੇ। ਪਵੇ ਦੱਜੇ ਨਾਨਕਾ, ਜਿਹੜੇ ਪੈ ਜਾਂਦੇ ਹਨ ਦੱਜੇ ਸੜ ਜਾਂਦੇ ਹਨ। ਤੇ ਤਰਦੇ ਕੌਣ? ਤਰੀਏ ਕਰਮੀ ਲੱਗ। ਜਿਹੜੇ ਗੁਰੂ ਦੀ ਕਿਰਪਾ ਦੁਆਰਾ, ਗੁਰੂ ਦੇ ਲੜ ਲਾਗੇ, ਮਹਾਂਪੁਰਖਾਂ ਦੀ ਸਿੱਖਿਆ ਦੁਆਰਾ ਉਹ ਤਰ ਗਏ, ਬਚ ਗਏ, ਨਹੀਂ ਤਾਂ ਸਾਰੇ ਸੜ ਜਾਂਦੇ ਨੇ ਨਦੀਆਂ ਵਿੱਚ ਪੈ ਕਰਕੇ। ਇਹ ਚਾਰ ਅੱਗ ਦੀਆਂ ਨਦੀਆਂ ਦਿਨ ਰਾਤ ਸੰਸਾਰ ਵਿੱਚ ਚੱਲਦੀਆਂ ਹਨ। ਪੈਂਦੇ ਤੇ ਸੜਦੇ ਨੇ ਅਗਨੀ ਦੀਆਂ ਨਦੀਆਂ ਦੇ। ਹਿੰਸਾ ਕਰਨੀ, ਜੀਵ ਹੱਤਿਆ ਕਰਨੀ। ਲੋਕ ਜ਼ਬਾਨ ਦੇ ਸਵਾਦ ਵਾਸਤੇ ਦੇਖੋ ਕੀ ਕੁਛ ਕਰਦੇ ਆ, ਬੱਕਰਿਆਂ ਦੇ ਗਲ ਵੱਢਣੇ, ਮੁਰਗਿਆਂ ਦੇ ਗਲ ਮਰੋੜਨੇ, ਤੇ ਆਂਡਿਆਂ ਤੇ ਅੱਜ ਕੱਲ੍ਹ ਲੋਕ ਸਮਝਦੇ, ਕਹਿੰਦੇ ਆਲੂ ਹੀ ਆ ਨਾ, ਪਰ ਪੈਦਾਇਸ਼ ਕਿੱਥੋਂ ਆਉਂਦੀ ਆ? ਆਂਡਾ ਹੀ, ਤੇ ਆਂਡੇ ਵਿੱਚੋਂ ਹੀ ਬੱਚੇ ਬਣਦੇ ਹਨ। ਇੱਕੋ ਹੀ ਗੱਲ ਆ ਆਂਡੇ ਦੀ, ਚਾਹੇ ਬੱਕਰੇ ਦਾ ਗਲ ਮਰੋੜ ਲਓ, ਚਾਹੇ ਕੁੱਕੜ ਦਾ, ਚਾਹੇ ਆਂਡਾ ਖਾ ਲਓ, ਗੱਲ ਉੱਥੇ ਹੀ ਚਲੀ ਜਾਂਦੀ ਹੈ। ਇਹ ਸਾਰਾ ਹੀ ਨਥੇ ਵੀ ਅੱਗ ਦੀ ਨਦੀ ਮੰਨਦੇ ਹਨ ਮਹਾਰਾਜ। ਜੀਵ ਹੱਤਿਆ ਕਰਨੀ ਇਹ ਅੱਗ ਦੀ ਨਦੀ ਹੈ, ਜਿਹੜਾ ਇਹਦੇ ਵਿੱਚ ਪੈ ਗਿਆ ਉਹ ਵੀ ਸੜ ਗਿਆ ਜੀਵ ਹੱਤਿਆ ਵਿੱਚ। ਹਿੰਸ ਹੇਤ, ਹੇਤ ਨਾਮ ਹੈ ਮੋਹ ਦਾ। ਦੁਨੀਆ ਮੋਹ ਦੇ ਜਾਲ ਵਿੱਚ ਫਸੀ ਦਿਨ ਰਾਤ ਜੰਮਦੀ ਮਰਦੀ ਹੈ। ਇਹ ਮੋਹ ਦਾ ਹੀ ਚੱਕਰ ਹੈ ਨਾ। ਇੱਕ ਘਰ ਦੇ ਵਿੱਚ ਕਈ ਜਨਮ ਧਾਰ ਲੈਂਦਾ, ਕਦੇ ਪੁੱਤ ਬਣ ਕੇ ਜੰਮ ਪੈਂਦਾ, ਕਦੇ ਪਿਓ ਬਣ ਜਾਂਦਾ, ਕਦੇ ਪੁੱਤ ਬਣ ਜਾਂਦਾ। ਇਹੋ ਹੀ ਚੱਕਰ ਚੱਲਦਾ ਰਹਿੰਦਾ। ਇੱਕ ਘਰ ਵਿੱਚ ਕਈ ਜਨਮ ਲਈ ਜਾਂਦਾ, ਮੋਹ ਦਾ ਬੰਨਿਆ ਹੋਇਆ। ਹਿੰਸ ਹੇਤ ਲੋਭ ਕੋਪ, ਗੁੱਸਾ, ਇਹ ਵੀ ਅੱਗ ਦੀ ਨਦੀ ਹੈ। ਜਿਹੜਾ ਗੁੱਸੇ ਵਿੱਚ ਪੈ ਗਿਆ ਉਹ ਵੀ ਸੜ ਗਿਆ। ਅੱਗ ਨੂੰ ਤਾਂ ਕ੍ਰੋਧ ਨੂੰ ਅੱਗ ਮੰਨਿਆ ਪਾਤਸ਼ਾਹ ਗੁਰਬਾਣੀ ਵਿੱਚ। ਅੱਗ ਨੂੰ ਕ੍ਰੋਧ ਚੰਡਾਲ, ਕ੍ਰੋਧ ਨੂੰ ਚੰਡਾਲ ਮੰਨਿਆ ਤੇ ਅਗਨ ਮੰਨਿਆ ਗੁੱਸਾ, ਨਿਰੀ ਅੱਗ। ਇਹਦੇ ਵਿੱਚ ਤਾਕਤ ਵੀ ਇੰਨੀ ਆ, ਜਿਹਦੇ ਤੇ ਗੁੱਸਾ ਸਵਾਰ ਹੋ ਜਾਂਦਾ ਹੈ, ਅੱਖਾਂ ਤੋਂ ਅੰਨਾ ਹੋ ਜਾਂਦਾ, ਕੰਨਾਂ ਤੋਂ ਬੋਲਾ, ਇਹ ਹਾਲਤ ਹੋ ਜਾਂਦੀ ਹੈ। ਕ੍ਰੋਧ ਕਹਿੰਦਾ ਜੇ ਤੇ ਮੈਂ ਸਵਾਰ ਹੋ ਜਾਵਾਂ ਨਾ, ਲੋਕਾਂ ਦੀ ਅਕਲ ਮਾਰ ਦਿੰਨਾ। ਅੰਧ ਕਰੋ ਦਿਰਗਵੰਤਨ ਕੋ, ਸੁਰਤਵੰਤਨ ਕੋ ਬਦਰੋ ਕਰ ਡਾਰੋ। ਅੱਖਾਂ ਵਾਲਿਆਂ ਨੂੰ ਅੰਨਾ ਕਰ ਦੇਣਾ, ਕੰਨਾਂ ਵਾਲਿਆਂ ਨੂੰ ਬੋਲੇ ਕਰ ਦੇਣਾ। ਅੰਧ ਕਰੋ ਦਿਰਗਵੰਤਨ ਕੋ, ਸੁਰਤਵੰਤਨ ਕੋ ਬਦਰੋ ਕਰ ਡਾਰੋ। ਧਿਰਤਵੰਤਨ ਕੀ ਸੋ ਧਿਰਤ ਹਰੋ, ਧੀਰਜ ਵਾਲਿਆਂ ਨੂੰ ਧੀਰਜ ਦੂਰ ਕਰ ਦੇਣਾ। ਚਿਤਰਾਨਨ ਕੀ ਮਤ ਦੂਰ ਬਦਾਰੋ, ਬੜੇ ਸਿਆਣਿਆਂ ਦੀ ਅਕਲ ਦੂਰ ਹੋ ਜਾਂਦੀ ਜਦ ਗੁੱਸਾ ਆਉਂਦਾ, ਕਿਧਰੇ ਗਿਆਨ ਧਿਆਨ ਭੁੱਲ ਜਾਂਦਾ ਹੈ। ਹਿੰਸ ਹੇਤ ਲੋਭ ਕੋਪ, ਗੁੱਸਾ, ਨਿਰੀ ਅੱਗ ਦੀ ਨਦੀ। ਜਿਹੜਾ ਇਹਦੇ ਵਿੱਚ ਪੈ ਗਿਆ ਸੜ ਗਿਆ ਨਾ ਚਾਰੇ ਨਦੀਆਂ ਵਿੱਚ। ਤਾਂ ਕਿਤੇ ਤਾਂ ਪਾਤਸ਼ਾਹ ਤੱਕ ਵੀ ਦੱਸਦੇ ਹਨ, ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉ ਕੰਚਨ ਸੁਹਾਗਾ ਢਾਲੇ। ਕਾਮ ਤੇ ਕ੍ਰੋਧ ਦੋ ਅੱਗ ਦੀਆਂ ਇਹੋ ਜਿਹੀਆਂ ਨਦੀਆਂ ਹਨ। ਇਹ ਤਾਂ ਦਿਨ ਰਾਤ ਇਉਂ ਗਾਲ ਦਿੰਦੀਆਂ ਮਨੁੱਖ ਦੇ ਸਰੀਰ ਨੂੰ, ਜਿਵੇਂ ਸੁਹਾਗਾ ਸੋਨੇ ਨੂੰ ਢਾਲ ਦਿੰਦਾ। ਸੁਨਿਆਰ ਲੋਕ ਸੋਨੇ ਦੀ ਡੋਈ ਢਾਲਣ ਵਾਸਤੇ ਸੁਹਾਗਾ ਪਾਉਂਦੇ ਆ, ਸੋਨੇ ਦਾ ਪਾਣੀ ਬਣਾਉਂਦਾ ਗਾਲ ਕੇ ਡੋਈ ਨੂੰ। ਇਸੇ ਤਾਂ ਕਾਮ ਤੇ ਕ੍ਰੋਧ ਦੋ ਬਿਰਤੀਆਂ ਇਹੋ ਜਿਹੀਆਂ ਅੱਗ ਦੀਆਂ ਨਦੀਆਂ ਹਨ, ਜਿਹੜਾ ਨੇੜੇ ਗਿਆ ਢਾਲ ਦਿੰਦੀਆਂ ਹਨ, ਪਾਣੀ ਬਣਾਉਂਦੀਆਂ ਹਨ। ਬਹੁਤ ਸਾਰੇ ਲੋਕ ਕਹਿੰਦੇ ਪਰੇ ਹੋ ਜਾ, ਮੈਂ ਤਾਂ ਅੱਖਾਂ ਤੋਂ ਨਾ, ਮੈਨੂੰ ਦੀਦਾ ਕੁਛ ਨਹੀਂ ਹੁਣ ਗੁੱਸੇ ਵਿੱਚ। ਇਹ ਹਾਲਤ ਹੁੰਦੀ ਹੈ। ਜਿਹੜਾ ਇਹਨਾਂ ਦੇ ਵਿੱਚ ਪੈ ਗਿਆ ਸੜ ਗਿਆ। ਪਰ ਉਹ ਮਹਾਂਪੁਰਖ ਇਹਨਾਂ ਦੇ ਔਗਣ ਦੱਸ ਕੇ ਦੁਨੀਆ ਨੂੰ ਬਚਾਉਂਦੇ ਆ। ਇਸੇ ਵਾਸਤੇ ਵਾਹਿਗੁਰੂ ਸੰਤਾਂ ਦਾ ਰੂਪ ਧਾਰਨ ਕਰਕੇ ਦੁਨੀਆ ਤੇ ਨਿੱਤ ਰਹਿੰਦਾ। ਇਹ ਨਿੱਤ ਅਵਤਾਰ ਮਹਾਂਪੁਰਖਾਂ ਨੂੰ ਮੰਨਿਆ ਹੈ। ਉਹਨਾਂ ਦੀ ਬਾਤ ਇਉਂ ਪਾਤਸ਼ਾਹ ਦੱਸਦੇ ਹਨ, ਜੀਵ ਬੱਧੇ ਕਰਮਾਂ ਦੇ ਆਉਂਦੇ, ਜੀ ਸਾਧੂ ਭੇਜੇ
पठाए आप हर, हम तुम ते नाही दूर। नानक परम पाव मिट गए, रावण राम भरपूर। इत्थे पातशाह दा दिन आप ही परमात्मा संतां नूं दुनिया ते भेजदा है। ते दूसरी जगह दा दिन साध रूप अपना तन तारिया, गल इक्को ही आ बस। फिर के अगे रखिए, इक्के चीज दे कई कई अर्थ हो जाते हैं। किते परमात्मा आप रूप लैके आ जाता है, किते महापुरखों नूं दुनिया ते भेजदा है। तो आओ साध संगत, गल इक्को ही आ। परमात्मा का रूप आउंदा, नित अवतार इन्हां नूं मन्निया साधुआं नूं। तां जितने महापुरख होए हैं गुरु घर दे विच, बड़ियां बड़ियां करनियां वाले महापुरख होए हैं। इतने किहो जे होर पुरातन धर्मां दे विच ठीक है, सारे महापुरख चंगे हैं, पर साडे गुरु नानक दे घर दे विच तां फिर आदि तौर ते ना इहो जिहियां करनियां वाले साधु होए हैं, बड़ियां बड़ियां कमाइयां वाले, जन शक्ति धारण वाले। संत बहादुर सिंह जी मस्तू आने वाले गुरु घर दे विच इहो ਜਿਹੇ उच्च कोटि दे महापुरख गुरसिख महात्मा सन, जिन्हां दी इतनी कमाई सी ते दुनिया दंग रह जाती। लोग संगतां उन्हां नूं गुरु नानक दा अवतार मनदियां सन। इहो ਜਿਹੇ गुरु, पर निम्रता इतनी सी। आके घराणे पिंड विच बहुत आया करदे थे अपने नेड़े। एक कोई हुक्का पींदा जांदा, संतां नूं देख के दूसरे रास्ते हो गया। महापुरख उधर दी फेर हो गए, कहने लगे भलिया हुक्के करके इधर नूं जाना ना, जे इहनूं सुट दें तां साडे गल नाल आका के लग। हुक्के करके तू परे नूं जाना छड्ड, कहण लगे नाम रात बिमारी नूं, भलिया तू रस्ता बदलण दी की लोड़ आ तैनूं, ये हुक्के करके तू परे जाना साथों। इहो जे महापुरख सन। एक बोल पिया दुआन दे विच, एक प्रेमी आया, कहने लगा बाबा जी मैथों करायत हो गई, बख्श लो। कहण लगे कोई नहीं, अगे नूं ना करी, बख्शिया गया। एक खड़ा होकर कहण लगा कल्ले दा की हुक्म कहंदे कल्ले दा बख्श देण दा, 5 प्यारियां तो बिना। ये ढोलकी वाले ने उठ के उदों ही ढा लिया, बड़ा ही कुटिया। ते बाद महापुरखां नूं जद पता लगा, कहण लगे भलिया सानू माफी दे, असीं भुल गए, साडा ये कल्ले दा हुक्म नहीं ठीक है, तू सच बोलदा सी, 5 प्यारियां दा ही हुक्म है परैदी नूं बख्शण दा। कहण लगे मैथों तां भुल के निकल गया ते मैनू बख्श दे। इहो जे निम्रता वाले सन, इतनी वडियाई नूं पा के निम्रता धारण करनी। काड़ा साहब वाले महापुरख, एक कोई बच्चा भी गल करदा ना सियाणी, ओहदी गल भी बड़े गौर नाल सुणदे, हर एक दी। कोई कितना चाहे बच्चा है चाहे सियाणा है, बड़े ख्याल दे नाल बच्चे सुनिया करदे, ओहदी सारी गल प्रेम दे नाल सुणदे। क्यों महापुरखां दे हिरदे बड़े कोमल हुंदे हन, वो अपना आपा ही सारिआं नूं सुणदे हन, सारी दुनिया नूं, बच्चे नूं भी, घोड़ी नूं भी, सियाणे नूं भी, मूर्ख नूं भी, हर एक दे नाल प्यार करदे हन, हर एक नूं सियाणा समझदे हन। एक इत्थे एक दीवान हुंदा आ पिंड नाल ही मंडी ते, इत्थे संत महाराज दीवान एक कमला आ के बोल पिया, गालां कड्ढण लग पिया। ते इह नहीं कहा भी फड़ के इहनूं डांग पाओ, कहण लगे इहनूं अंदर लै जाओ, नींद उड़ी होई है, दुध घिओ पिलाओ इहनूं। इहो ਜਿਹੇ महापुरखां दे हिरदे कोमल हुंदे हन। इहो जिहिआं नूं बख्श दिंदे हन ਜਿਹੜੇ गालां ਕੱਢਣ वाले हुंदे हन, शराब पीती होई ਉਹਦੀ। संत आओ साध संगत, महापुरखां नित अवतार है, पर गुरु तो उस समय दुनिया च आउंदा है जब दुनिया की बहुत ही हालत विगड़ जाती है। 16 कले संपूर्ण फल, अंत कला लै ठाकर चढ़िया। फिर गुरु नानक देव सच्चे पातशाह दे इतनियां शक्तियां लैके दुनिया ते चढ़े। सब जिन्ने दुनिया के पीर पकंबर अवतार सन, सब तो वड्डा बाबा नानक अवतार लैके आया। इस वास्ते गुरु अर्जन देव सच्चे पातशाह की शरधा, गुरु अर्जन देव कहते सब ते वड्डा सतगुरु नानक। सब जितने पीर पकंबर औली अवतार होए हैं, सारियां दा वड्डा गुरु नानक दा अवतार सी। ते आओ सब तो वड्डे अवतार दा अवतार दिहाड़ा आ रहा, जो हुण आ रहा ना पूर्णमासी 21 तरीक का, ये उस गुरु नानक दा पवित्र अवतार दिहाड़ा है, जिन्हें हर मनुख मात्र दे नाल प्यार किया है, चाहे हिंदू है चाहे मुसलमान है। बाबे ने दोनों नूं गल दे नाल लाया, किस नूं धक्किया नहीं, किस नूं धरकारिया नहीं। हिंदू आ गया उन्होंने भी जी रहा, मुसलमान आ गया उन्होंने भी गल दे नाल लाया। तां ते सांझा अवतार दुनिया का, समझा पकंबर। मुसलमान नूं गुरु नानक हजरत बाबा नानक कहते हैं, हिंदुओं का गुरु है ही सिखां दा। तां ते आओ सांझे पीर का, सांझे अवतार का अवतार दिहाड़ा, जो साल बादे सिक्ख्या लैके आउंदा सानूं भी अपने मनुखा जन्म नूं सफलिया करो। अगे कत्ते दे महीने ये कत्तक सुदी पूर्णमासी दे अवतार आ पातशाह दा, ते लोग कत्ते दे महीने नूं माड़ा मनदे भी जिहड़ा बच्चा जन्म लैंदा ना चंगा नहीं, अब सगन मनदे।
ਆ ਸੰਤ ਭੋਲਾ ਰਾਮ ਹੁੰਦੇ ਨਾ ਆਪਣੇ ਇੱਥੇ ਛੋਟੀ ਸੀਰੋਂ ਵਾਲੇ, ਇਹਨਾਂ ਦਾ ਕੱਤੇ ਦਾ ਜਨਮ ਹੋਇਆ ਤੇ ਉਹਨਾਂ ਦੀ ਮਾਤਾ ਇੱਥੇ ਸੁੱਟ ਗਿਆ ਸੂਏ ਦੇ ਉੱਪਰ। ਉਹ ਵੀ ਮਹਾਤਮਾ ਫਿਰਦੇ ਫਿਰਦੇ ਆਏ, ਉਹਨਾਂ ਨੇ ਦੇਖਿਆ ਬੱਚਾ ਰੋਂਦਾ, ਪਤਾ ਕੀਤਾ ਕਿਹਦਾ, ਦੱਸਿਆ ਵੀ ਇਸ ਤਰ੍ਹਾਂ ਲੋਕਾਂ ਕਹਿਣ ਲੱਗੇ ਭਲਿਓ ਸਾਡਾ ਮਾੜਾ ਸਾਨੂੰ ਦੇ ਦਿਓ, ਪਾਲ ਦਿਓ ਇਸ ਨੂੰ। ਉਹਨਾਂ ਮਹਾਂਪੁਰਖਾਂ ਨੇ ਫਿਰ ਇਹਨਾਂ ਨੂੰ ਸੰਸਕ੍ਰਿਤ ਵਿਦਿਆ ਪੜ੍ਹਾਈ ਤੇ ਬਹੁਤ ਗੁਣ ਸਿਖਾਏ ਤੇ ਉਹ ਇਤਨੇ ਵੱਡੇ ਮਹਾਂਪੁਰਖ ਬਣੇ ਬਾਬਾ ਸੰਤ ਭੋਲਾ ਰਾਮ ਜੀ ਛੋਟੀ ਸੀਰੋਂ ਵਾਲੇ। ਪਰ ਘਰਦਿਆਂ ਨੇ ਮਾੜਾ ਜਾਣ ਕੇ ਉਹਨਾਂ ਨੂੰ ਬਾਹਰ ਸੁੱਟਿਆ ਸੂਏ ਦੇ ਉੱਪਰ। ਸੰਤਿਆ ਸਾਧ ਸੰਗਤ ਅੱਗੇ ਲੋਕ ਕੱਤੇ ਦੇ ਮਹੀਨੇ ਨੂੰ ਮਾੜਾ ਸਮਝਦੇ ਬੱਚੇ ਨੂੰ ਜਨਮ ਲੈਣਾ, ਪਰ ਬਾਬੇ ਨਾਨਕ ਨੇ ਇਸ ਕੱਤੇ ਦੇ ਮਹੀਨੇ ਨੂੰ ਪਿੱਤਰ ਕੀਤਾ ਅਵਤਾਰ ਲੈ ਕੇ। ਉਹਦੇ ਮਹੀਨੇ ਲੋਕਾਂ ਮੈਲਾ ਸਮਝਿਆ ਸੀ, ਉਹਦੇ ਵਿੱਚ ਕਲਗੀਧਰ ਗੁਰਦੇਵ ਪਿਤਾ ਨੇ ਅਵਤਾਰ ਲਿਆ, ਲੋਕਾਂ ਦੇ ਭਰਮ ਵਹਿਮ ਦੂਰ ਕੀਤੇ ਸਤਿਗੁਰਾਂ ਨੇ। ਤਾਂ ਹੀ ਮਹਾਂਪੁਰਖ ਦੁਨੀਆ ਤੇ ਵਹਿਮ ਭਰਮ ਪਖੰਡ ਨੂੰ ਦੂਰ ਕਰਨ ਵਾਸਤੇ ਆਉਂਦੇ ਆ। ਬਹੁਤ ਦੁਨੀਆ ਪਖੰਡਾਂ ਵਿੱਚ ਪੈਂਦੀ ਆ, ਪਾਉਂਦੀ ਆ ਭਰਮਾਂ ਵਿੱਚ, ਪਰ ਗੁਰੂ ਗੁਰੂ ਕਰਦੇ ਮਹਾਂਪੁਰਖ ਪਖੰਡ ਚੱਕਦੇ ਦੂਰ ਕਰਦੇ ਹਨ, ਵਹਿਮਾਂ ਚੋਂ ਕੱਢਦੇ ਹਨ। ਤਾਂ ਤੇ ਆਓ ਗੁਰਮਤਾ ਜਿਹੜਾ ਸਿੱਧਾ ਰਸਤਾ, ਗਾਡੀ ਰਸਤਾ, ਇਹਦੇ ਉੱਪਰ ਚੱਲਣਾ ਹੈ। ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ ਤੇ ਜਪਜੀ ਸਾਹਿਬ ਵਰਗੀ ਅੰਮ੍ਰਿਤ ਬਾਣੀ ਦਾ ਪਾਠ ਕਰੋ, ਜਨਮ ਸਫਲਾ ਕਰੋ। ਮਾਨਸ ਦੇ ਬੌਰ ਨਾ ਪਾਵੇ, ਕਛੂ ਪਾਵ ਮੂਤਕਾ ਕਰੇ, ਮਨੁੱਖਾ ਜਨਮ ਫੇਰ ਨਹੀਂ ਪ੍ਰਾਪਤ ਹੋਣਾ, ਹੁਣ ਪ੍ਰਾਪਤ ਹੈ ਇਸ ਨੂੰ ਸਫਲਿਆਂ ਕਰੀਏ। ਸਾਰੇ ਗੁਰੂ ਸਤੋਤਰ ਵਿੱਚ ਬੋਲੋ। ਕੱਲ ਨੂੰ ਫਿਰ ਟਾਈਮ ਤੇ ਪਹੁੰਚ ਕਰਕੇ ਬਾਬੇ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾਓ। ਔਰ ਆਪਾਂ ਸਤਿਗੁਰਾਂ ਦਾ ਪਿੱਤਰ ਗੁਰਪੁਰਬ ਮਨਾਇਆ ਤਾਂ ਹੀ ਸਫਲਾ ਹੈ ਜੇ ਵੱਧ ਤੋਂ ਵੱਧ ਆਪਣਾ ਨਿਤਨੇਮ ਵਧਾਈਏ, ਰੋਜ਼ ਦੇ ਨਿਤਨੇਮ ਨਾਲੋਂ ਵੱਧ ਤੋਂ ਵੱਧ ਬਾਣੀ ਪੜ੍ਹੀਏ, ਸੇਵਾ ਕਰੀਏ। ਬਸ ਇਹੋ ਹੀ ਗੁਰਪੁਰਬ ਮਨਾਉਣ ਦਾ ਮਹਾਤਮ ਫਲ ਹੋਇਆ ਕਰਦਾ ਹੈ। ਵੱਧ ਤੋਂ ਵੱਧ ਆਪਣਾ ਨਿਯਮ ਵਧਾਉਣਾ, ਇੱਥੋਂ ਕੋ ਸਿੱਖਿਆ ਲੈਣੀ। ਧਨ ਹੈ ਧਨ ਹੈ ਧਨ ਹੈ ਜੀ ਗੁਰੂ ਨਾਨਕ ਸਾਹਿਬ।